ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨ ਆਏ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਸੁਕਾਉ ਠਲ ਗੁਰ ਸੇਵੀਐ, ਅਹਨਿਸ ਸਹਜ ਸੁਭਾਅ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਆਦਿ ਜੁਗਾਦੀ ਅਪਰ ਅਪਾਰੇ, ਆਦ ਨਿਰੰਜਨ ਖਸਮ ਹਮਾਰੇ। ਸਾਚੇ ਜੋਗ ਜੁਗਤ ਵਿਚਾਰੀ, ਸਾਚੇ ਤਾੜੀ ਲਾਈ ਹੈ। ਆਦ ਜੁਗਾਦੀ ਅਪਰ ਅਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸ਼ਬਦਾ ਅਵਤਾਰ, 10 ਪਾਤਸ਼ਾਹੀਆਂ ਦੇ ਹਿਰਦਾ ਸਰੂਪ ਏ ਪਵਿੱਤਰ ਬਾਣੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਚਰਨ ਸ਼ਰਨ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਓ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਐਸੀ ਬਾਣੀ ਦੀ ਵਿਚਾਰ ਸਰਵਨ ਕਰਕੇ ਮਿਲਿਆ ਹੋਇਆ ਮਨੁੱਖਾ ਜਨਮ ਅਤੇ ਇਸ ਜਨਮ ਦੇ ਮਿਲੇ ਹੋਏ ਸਮੇਂ ਦਾ ਜੋ ਚੱਕਰ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਸਰਵਨ ਕਰਕੇ ਸਫਲਾ ਬਣਾਈਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦਾ ਇਹ ਸ਼ਬਦ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ ਕੀਤਾ ਹੈ। ਜਿਸ ਵੇਲੇ ਮਹਾਰਾਜ ਜੀਆਂ ਨੇ ਗੁਰਤਾ ਗੱਦੀ ਦੀ ਦਾਤ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੂੰ ਬਖਸ਼ੀ ਹੈ, ਉਸ ਵੇਲੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਆਪ ਸਾਨੂੰ ਜਪਜੀ ਸਾਹਿਬ ਦਾ ਪਾਠ ਸਰਵਣ ਕਰਵਾਓ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਸਰਵਣ ਕਰਵਾਇਆ ਹੈ। ਨਾਲ ਨਾਲ ਮਹਾਰਾਜ ਸਾਹਿਬ ਜੀਆਂ ਨੇ ਪੌੜੀਆਂ ਦੀ ਤਰਤੀਬ ਬਣਾਈ ਹੈ। ਪਹਿਲੀ ਪੌੜੀ, ਫਿਰ ਦੂਜੀ ਪੌੜੀ, ਫਿਰ ਤੀਜੀ ਪੌੜੀ। ਇਹ ਜਪਜੀ ਸਾਹਿਬ ਦੀ ਜੋ ਗੁਰਬਾਣੀ ਹੈ, ਉਸ ਦੀ ਤਰਤੀਬ ਲੜੀਵਾਰ ਬਣਾਉਣਾ ਪੌੜੀਆਂ ਦੇ
ਜਿਹੜੇ ਸਨ ਸਮੂਹ ਨੂੰ ਇਕੱਠਿਆਂ ਕਰਕੇ ਇਹ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਹੁਕਮ ਦੇ ਨਾਲ ਇਹ ਸਾਨੂੰ ਬਾਣੀ ਬਣਾ ਕੇ ਪੜ੍ਹਨ ਵਾਸਤੇ ਬਖਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਮਰਿਆਦਾ ਬਣਾਉਂਦਿਆਂ ਹੋਇਆਂ ਜਪਜੀ ਸਾਹਿਬ ਤੋਂ ਉਪਰੰਤ ਫਿਰ ਸੋਦਰ ਦੀ ਮਰਿਆਦਾ ਬਣਾਈ ਹੈ ਅਤੇ ਫਿਰ ਕੀਰਤਨ ਸੋਹਲੇ ਦੀ ਮਰਿਆਦਾ ਹੈ। ਧਾਰਮਿਕ ਗ੍ਰੰਥਾਂ ਵਿੱਚ ਬਚਨ ਲਿਖਿਆ, ਜੇ ਸਿੱਖ ਨੂੰ ਜਪਜੀ ਸਾਹਿਬ ਜ਼ੁਬਾਨੀ ਯਾਦ ਨਹੀਂ ਹੈ, ਉਹ ਸਿੱਖ ਦਾ ਜਿਹੜਾ ਜੀਵਨ ਹੈ ਉਹ ਚੌਲ ਦੇ ਛਿਲਕੇ ਵਰਗਾ ਹੈ। ਚੌਲ ਤੋਂ ਛਿਲਕਾ ਲਾ ਦਈਏ ਨਾ, ਫੱਕ ਲਾ ਦਈਏ, ਤੇ ਉਹ ਫੱਕ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਹੈ। ਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਉਹ ਕਿਸੇ ਜੀਵਨ ਦਾ ਮੁੱਲ ਨਹੀਂ ਪੈਂਦਾ ਉਸ ਦਾ, ਕਿਉਂਕਿ ਜਪਜੀ ਸਾਹਿਬ ਜ਼ੁਬਾਨੀ ਯਾਦ ਕੀਤਾ ਹੀ ਨਹੀਂ। ਸੋ ਇਹ ਬਚਨ ਨੇ ਮਹਾਰਾਜ ਸਾਹਿਬ ਜੀਆਂ ਦੇ, ਗੁਰੂ ਕੇ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਜ਼ੁਬਾਨੀ ਕਰਨਾ, ਯਾਦ ਔਰ ਗੁਰਬਾਣੀ ਪੜ੍ਹਨੀ, ਇਹ ਅਤਿਅੰਤ ਜ਼ਰੂਰੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਹੈ ਤੇ ਮਹਾਰਾਜ ਨੇ ਉਹੀ ਮਰਿਆਦਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਵਾਲੀ ਸਾਰਿਆਂ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਸ ਤੋਂ ਬਾਅਦ ਵਿੱਚ ਫਿਰ ਮਹਾਰਾਜ ਨੇ ਸੋਦਰ ਦਾ ਸ਼ਬਦ ਲਿਖਿਆ ਹੈ। ਉਸ ਤੋਂ ਬਾਅਦ ਵਿੱਚ ਫਿਰ ਪਾਤਸ਼ਾਹ ਜੀ ਨੇ ਕੀਰਤਨ ਸੋਹਿਲਾ ਗੁਰਬਾਣੀ ਨੂੰ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਪਹਿਲੇ ਜਿਹੜੇ 14 ਅੰਗ ਨੇ ਉਹ ਇਸੇ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਲਿਖਾਏ, ਜੋ ਮਰਿਆਦਾ ਮਹਾਰਾਜ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਨੇ ਬਣਾਈ ਹੈ। ਗੁਰੂ ਕੇ ਸਿੱਖ ਜਿਹੜੇ ਨੇ ਬਾਣੀ ਪੜ੍ਹ ਕੇ ਮਨੁੱਖਾ ਜਨਮ ਨੂੰ ਸਫਲਾ ਕਰਦੇ, ਲਾਹਾ ਲੈਂਦੇ। ਮਹਾਰਾਜ ਜੀਆਂ ਨੇ ਇਸ ਤੋਂ ਅੱਗੇ ਫਿਰ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ ਬਖਸ਼ੀ ਹੈ। ਗੁਰਮੁਖੋ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਉਹ ਸਵਾਸ ਸਵਾਸ ਸਿਮਰਨ ਹੈ। ਜਿਹੜਾ ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, 24,000 ਸਵਾਸ ਨੇ, 24,000 ਅੱਖਰ ਨੇ, ਸਮਝ ਲਓ ਵੀ ਉਸਨੇ ਸਵਾਸ ਸਵਾਸ ਸਿਮਰਨ ਕੀਤਾ ਹੈ। ਜਿਹੜਾ ਸਿੱਖ ਇਸ ਬਾਣੀ ਨੂੰ ਨਿਸ਼ਕਾਮ ਹੋ ਕੇ ਪੜ੍ਹੇਗਾ, ਉਹ ਜੋ ਗੁਰੂ ਕਾ ਸਿੱਖ ਹੈ ਉਹ ਕੇਵਲ ਮੋਕਸ਼ ਨੂੰ ਪ੍ਰਾਪਤ ਹੋਵੇਗਾ, ਮੁਕਤ ਹੋ ਜਾਵੇਗਾ। ਜਿਹੜਾ ਸਿੱਖ ਜਾਂ ਕੋਈ ਬੀਬੀ ਇਹ ਭਾਵਨਾ ਰੱਖ ਕੇ ਬਾਣੀ ਪੜ੍ਹੇ ਕਿ ਮੈਨੂੰ ਅਗਲਾ ਜਨਮ ਮਰਦ ਦਾ ਮਿਲ ਜਾਵੇ, ਇਹ ਭਾਵਨਾ ਰੱਖ ਕੇ ਵੀ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਉਸ ਨੂੰ ਅੱਗੇ ਮਰਦ ਦਾ ਜਨਮ ਮਿਲ ਜਾਏਗਾ। ਆਸਾ ਦੀ ਵਾਰ ਮਹਾਰਾਜ ਨੇ ਬਾਣੀ ਬਖਸ਼ੀ ਹੈ। ਇਹ ਜਿਹੜੀਆਂ ਸਾਡੀਆਂ 84 ਲੱਖ ਜੂਨਾਂ ਨੇ, ਇਹ ਉਹਨਾਂ ਵਿੱਚੋਂ ਕੱਢਣ ਵਾਲੀ, ਮੁਕਤ ਕਰਨ ਵਾਲੀ ਇਹ ਬਾਣੀ ਆਸਾ ਦੀ ਵਾਰ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਬਾਣੀਆਂ ਉਚਾਰ ਕੇ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀਆਂ। ਐਸੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ। ਮਹਾਰਾਜ ਗੁਰੂ ਨਾਨਕ ਦੇਵ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਮਾਰੋ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦਾ ਸ਼ਬਦ ਸਰਵਨ ਕਰੀਏ। ਆਦ ਜੁਗਾਦੀ ਅਪਰ ਅਪਾਰੇ। ਆਦ ਜੁਗਾਦੀ ਉਹ ਜੋ ਪ੍ਰਮਾਤਮਾ ਅਪਰ ਅਪਾਰ ਹੈ ਨਾ, ਉਹ ਆਦ ਮੁੱਢ ਤੋਂ ਲੈ ਕੇ ਜੁਗਾਂ ਵਿੱਚ ਸਮਾਇਆ ਹੋਇਆ। ਗੁਰਮੁਖੋ 100 ਸਾਖੀ ਵਿੱਚ ਬਚਨ ਆਉਂਦਾ ਹੈ ਇਤਿਹਾਸ ਦੇ ਅੰਦਰ ਕਿ ਜਿਹੜੇ 4 ਯੁੱਗ ਨੇ ਨਾ, ਬਰਮਾ ਨੇ ਆਪਣੇ ਕੋਲ ਬੁਲਾਏ। ਬਰਮਾ ਦੇ ਪੁੱਤਰ ਲਿਖਿਆ 100 ਸਾਖੀ ਦੇ ਵਿੱਚ। ਸਭ ਤੋਂ ਪਹਿਲਾਂ ਸਤਯੁਗ ਨੂੰ ਪੁੱਛਿਆ, ਤੇਰਾ ਯੁੱਗ, ਤੇਰਾ ਰਾਜ ਪਹਿਲਾਂ ਆਉਣਾ, ਤੂੰ ਕੀ ਕਰੇਗਾ? ਉਸਨੇ ਆਖਿਆ, ਕਹਿਣ ਲੱਗਾ, ਪਿਤਾ ਜੀ ਮੈਂ ਆਪਣੇ ਯੁੱਗ ਦੇ ਵਿੱਚ ਵਿਅਕਤੀ ਨੂੰ 1 ਲੱਖ ਸਾਲ ਦੀ ਉਮਰਾਂ ਦੇਵਾਂਗਾ। ਭਾਈ ਗੁਰਦਾਸ ਜੀਆਂ ਨੇ ਵੀ ਇਹ ਬਚਨ ਲਿਖਿਆ ਹੈ। ਮੇਰੇ ਯੁੱਗ ਦੇ ਵਿੱਚ ਜਿਹੜੀ ਵਿਅਕਤੀ ਦੀ ਉਮਰ ਹੈ ਜੀਵ ਦੀ 1 ਲੱਖ ਸਾਲ ਹੋਵੇਗੀ। ਵਿਅਕਤੀ ਕੋਈ ਚੰਗਾ ਕੰਮ ਕਰੇਗਾ ਤੇ ਉਹਦਾ ਫਲ ਉਸਨੂੰ 101 ਵਾਰ ਦੇਵਾਂਗਾ। ਕੰਮ ਇੱਕ ਵਾਰੀ ਕੀਤਾ ਹੈ, ਉਹਦਾ ਫਲ 101 ਵਾਰ ਮਿਲੇਗਾ। ਜੇ ਕੋਈ ਵਿਅਕਤੀ ਮਾੜਾ ਕੰਮ ਕਰੇ, ਪਾਪ ਕਰੇਗਾ, ਤੇ ਉਹਦਾ ਫਲ ਸਾਰੇ ਦੇਸ਼ ਨੂੰ ਹੀ ਦੇਵਾਂਗਾ। ਥੋੜ੍ਹਾ ਥੋੜ੍ਹਾ ਸਾਰਿਆਂ ਵਿੱਚ ਹੀ ਵੰਡ ਦਿਆਂਗਾ। ਇਹ ਮੇਰੇ ਯੁੱਗ ਦਾ ਜਿਹੜਾ ਅਸੂਲ ਹੋਵੇਗਾ, ਜਾਂ ਕਹਿ ਲਈਏ ਮੇਰੇ ਯੁੱਗ ਦਾ ਇਹ ਕਾਨੂੰਨ ਹੋਵੇਗਾ। ਲੱਖ ਵਰ੍ਹਿਆਂ ਦੀ ਉਮਰ ਹੋਵੇਗੀ, 101 ਵਾਰੀ ਫਲ ਮਿਲੇਗਾ ਔਰ ਪਾਪ ਸਾਰੇ ਦੇਸ਼ ਨੂੰ ਭੁਗਤਣਾ ਪਵੇਗਾ। ਇਹ ਮੇਰਾ ਅਸੂਲ ਹੈ। ਫਿਰ ਪੁੱਛਿਆ ਗਿਆ ਤ੍ਰੇਤੇ ਯੁੱਗ ਨੂੰ, ਤੂੰ ਦੱਸ ਤੇਰੇ ਯੁੱਗ ਵਿੱਚ ਕੀ ਕਰਨਾ ਹੈ? ਤ੍ਰੇਤਾ ਯੁੱਗ ਕਹਿਣ ਲੱਗਾ, ਕਹਿੰਦਾ ਜੀ ਮੇਰੇ ਯੁੱਗ ਦੇ ਵਿੱਚ 10,000 ਸਾਲ ਦੀ ਉਮਰ ਹੋਵੇਗੀ। ਮੈਂ ਸਤਿਯੁਗ ਦੇ ਨਾਲੋਂ 10 ਗੁਣਾ ਉਮਰਾਂ ਘੱਟ ਕਰ ਦਿੱਤੀ ਹੈ। 10,000 ਸਾਲ ਦੀ ਉਮਰਾਂ ਰਹੇਗੀ। ਔਰ ਮੇਰੇ ਯੁੱਗ ਦੇ ਵਿੱਚ ਜੇ ਕੋਈ ਬੰਦਾ ਚੰਗਾ ਪੁੰਨ ਦਾ ਦਾਨ ਕਰੇਗਾ, ਪੁੰਨ ਕਰੇਗਾ, ਦਾਨ ਕਰੇਗਾ, ਚੰਗਾ ਕੰਮ ਕਰੇਗਾ, ਉਹਨੂੰ ਮੈਂ 21 ਵਾਰੀ ਫਲ ਦੇਵਾਂਗਾ।
100 ਵਾਰੀ ਨਹੀਂ ਮੈਂ ਦੇ ਸਕਦਾ, ਮੈਂ 21 ਵਾਰੀ ਫਲ ਦੇਵਾਂਗਾ ਉਸ ਨੂੰ ਚੰਗੇ ਕੀਤੇ ਹੋਏ ਕਰਮ ਦਾ। ਔਰ ਇਸ ਤਰੀਕੇ ਦੇ ਨਾਲ ਇਹ ਜਿਹੜਾ ਯੁੱਗ ਹੈ, ਮੈਂ 10,000 ਸਾਲ ਦੀ ਉਮਰਾਂ ਦਿੰਦਾ ਹਾਂ। ਇਸ ਤੋਂ ਅੱਗੇ ਫਿਰ ਗੁਰਮੁਖੋ ਆ ਗਿਆ ਦੁਆਪਰ ਯੁੱਗ। ਫਿਰ ਦੁਆਪਰ ਨੂੰ ਪੁੱਛਿਆ ਗਿਆ, ਤੇਰੇ ਯੁੱਗ ਵਿੱਚ ਕਿਸ ਤਰ੍ਹਾਂ ਦਾ ਸਮਾਚਾਰ ਚੱਲੇਗਾ? ਦੁਆਪਰ ਯੁੱਗ ਨੇ ਆਖਿਆ, ਕਹਿਣ ਲੱਗਾ ਜੀ ਮੈਂ ਤ੍ਰੇਤੇ ਦੇ ਨਾਲੋਂ ਵੀ 10 ਗੁਣਾ ਉਮਰਾਂ ਘੱਟ ਕਰ ਦਿੱਤੀ ਹੈ, ਮੈਂ 1000 ਸਾਲ ਦੀ ਉਮਰਾਂ ਦੇਵਾਂਗਾ। 1000 ਸਾਲ ਦੀ ਉਮਰਾਂ ਦੇ ਕੇ ਜੇ ਕੋਈ ਵਿਅਕਤੀ ਚੰਗਾ ਕੰਮ ਕਰੇਗਾ ਤੇ ਉਹਦਾ 4 ਗੁਣਾ ਫਲ ਮੈਂ ਦੇਵਾਂਗਾ, ਮੈਂ 10 ਗੁਣਾ ਨਹੀਂ ਦੇਵਾਂਗਾ, ਕੇਵਲ 4 ਗੁਣਾ ਹੀ ਫਲ ਮਿਲੇਗਾ ਚੰਗੇ ਕਰਮ ਦਾ। ਦੁਆਪਰ ਤੋਂ ਬਾਅਦ ਵਿੱਚ ਫਿਰ ਕਲਯੁੱਗ ਨੂੰ ਪੁੱਛਿਆ, ਸਭ ਤੋਂ ਛੋਟਾ ਕਲਯੁੱਗ ਹੈ, ਉਸ ਨੂੰ ਪੁੱਛਿਆ ਵੀ ਤੇਰੇ ਯੁੱਗ ਵਿੱਚ ਕੀ ਰਾਜ ਦਾ ਕੀ ਕਾਨੂੰਨ ਬਣਾਏ? ਕਲਯੁੱਗ ਕਹਿਣ ਲੱਗਾ, ਪਿਤਾ ਜੀ ਬਚਨ ਇਹ ਹੈ ਵੀ ਨਾ ਮੈਂ 10,000 ਸਾਲ ਦੀ ਉਮਰਾਂ ਦੇਵਾਂ, ਨਾ ਮੈਂ 1000 ਸਾਲ ਦੀ, ਮੈਂ 100 ਸਾਲ ਦੀ ਉਮਰਾਂ ਦੇਵਾਂਗਾ। ਤੇ ਮੇਰੇ ਯੁੱਗ ਦੇ ਵਿੱਚ ਜਿਹੜਾ ਕੋਈ ਵਿਅਕਤੀ ਚੰਗਾ ਕੰਮ ਕਰੇਗਾ ਨਾ, ਚੰਗੇ ਕੰਮ ਦਾ ਫਲ ਇੱਕੋ ਹੀ ਮਿਲੇਗਾ, ਇੱਕ ਵਾਰੀ, 2 ਵਾਰੀ 3 ਵਾਰੀ 4 ਵਾਰੀ ਨਹੀਂ ਮਿਲੇਗਾ। ਤੇ ਜੇ ਕੋਈ ਪਾਪ ਕਰੇਗਾ ਨਾ, ਤੇ ਪਾਪ ਦਾ ਫਲ ਵੀ ਉਸ ਨੂੰ ਇੱਕ ਵਾਰੀ ਮਿਲੇਗਾ, 2-3 ਵਾਰੀ ਨਹੀਂ ਮਿਲੇਗਾ। ਸੋ ਜਿਹੜਾ ਵਿਅਕਤੀ ਪਾਪ ਕਰੇਗਾ ਉਹਦਾ ਫਲ ਵੀ ਉਸੇ ਨੂੰ ਹੀ ਮਿਲੇਗਾ, ਦੂਜੇ ਨੂੰ ਨਹੀਂ ਮਿਲੇਗਾ। ਜਿਵੇਂ ਸਤਿਯੁਗ ਨੇ ਆਖਿਆ ਸੀ ਨਾ, ਕੋਈ ਬੰਦਾ ਪਾਪ ਕਰੇ ਮੈਂ ਸਾਰੇ ਦੇਸ਼ ਨੂੰ ਉਹਦਾ ਦੰਡ ਦੇਵਾਂਗਾ। ਤ੍ਰੇਤੇ ਨੇ ਆਖਿਆ ਜੇ ਕੋਈ ਬੰਦਾ ਪਾਪ ਕਰੇਗਾ ਮੈਂ ਪੂਰੇ ਸ਼ਹਿਰ ਨੂੰ ਫਲ ਦੇਵਾਂਗਾ। ਦੁਆਪਰ ਨੇ ਆਖਿਆ ਜੇ ਕੋਈ ਪਾਪ ਕਰੇਗਾ ਤੇ ਮੈਂ ਪੂਰੀ ਫੈਮਿਲੀ ਨੂੰ, ਪੂਰੇ ਪਰਿਵਾਰ ਨੂੰ ਹੀ ਫਲ ਭੁਗਤਾਵਾਂਗਾ। ਕਲਯੁੱਗ ਨੇ ਆਖਿਆ ਨਹੀਂ, ਜਿਹੜਾ ਕੋਈ ਕਰੇਗਾ ਫਲ ਹੀ ਉਹ ਪਾਵੇਗਾ, ਦੂਜੇ ਨੂੰ ਨਹੀਂ ਦੇਵਾਂਗਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਐ ਕਿਸੇ ਥਾਏ। ਕਿਸੇ ਦੀ ਥਾਂ ਤੇ ਕੋਈ ਦੂਜਾ ਨਹੀਂ ਪਕੜਿਆ ਜਾਏਗਾ। ਜਿਸ ਤਰ੍ਹਾਂ ਦੇ ਕੋਈ ਕਰਮ ਕਰੇਗਾ ਉਵੇਂ ਦਾ ਫਲ ਪਾ ਲਵੇਗਾ। ਇਸ ਤਰ੍ਹਾਂ ਗੁਰਮੁਖੋ ਇਹ 100 ਸਾਖੀ ਵਿੱਚ ਬਚਨ ਲਿਖੇ ਨੇ ਵੀ ਇਹ ਚਾਰੇ ਯੁੱਗ ਜਿਹੜੇ ਸਨ, ਇਹਨਾਂ ਨੇ ਬ੍ਰਹਮਾ ਜੀ ਦੇ ਕੋਲ ਜਾ ਕੇ ਇਸ ਤਰ੍ਹਾਂ ਆਪਣੇ ਆਪਣੇ ਯੁੱਗ ਦਾ ਹਾਲ ਵਰਣਨ ਕੀਤਾ ਵੀ ਇਸ ਤਰ੍ਹਾਂ ਅਸੀਂ ਕਰਾਂਗੇ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ, ਆਦਿ ਜੁਗਾਦੀ ਅਪਾਰੇ, ਉਹ ਪਰਮਾਤਮਾ ਅਪਰਾਪਾਰ ਹੈ, ਗਿਣਤੀ ਮਿਣਤੀ ਤੋਂ ਪਰੇ ਹੈ। ਆਦਿ ਕਹੀਏ ਯੁੱਗਾਂ ਦੇ ਮੁੱਢ ਤੋਂ, ਜਦੋਂ ਯੁੱਗ ਨਹੀਂ ਬਣੇ ਉਦੋਂ ਵੀ ਉਹ ਪਰਮਾਤਮਾ ਹੈ। ਤੇ ਜੁਗਾਦ ਜਦੋਂ ਯੁੱਗ ਬਣ ਗਏ, ਸਤਿਯੁਗ ਤ੍ਰੇਤਾ ਦੁਆਪਰ, ਉਦੋਂ ਵੀ ਉਹ ਪਰਮਾਤਮਾ ਸਾਰਿਆਂ ਵਿੱਚ ਸਮਾਇਆ ਹੈ। ਆਦਿ ਨਿਰੰਜਨ ਖਸਮ ਹਮਾਰੇ, ਉਹ ਪਰਮਾਤਮਾ ਆਦਿ ਕਹੀਏ ਮੁੱਢ ਰੂਪ ਹੈ ਅਤੇ ਸਾਰਿਆਂ ਦਾ ਖਸਮ ਮਾਲਕ ਹੈ। ਨਿਰੰਜਨ ਕਹੀਏ ਮਾਇਆ ਦੀ ਮੈਲ ਤੋਂ ਪਰਮਾਤਮਾ ਰਹਿਤ ਹੈ। ਸਾਚੇ ਜੋਗ ਜੁਗਤ ਵਿਚਾਰੀ, ਇਹ ਸੱਚੇ ਪਾਤਸ਼ਾਹ ਜਿਹੜੇ ਲੋਕਾਂ ਨੇ ਜੋ ਕਹੀਏ ਜੁੜਨਾ, ਜੋਗ ਤੋਂ ਭਾਵ ਹੁੰਦਾ ਗੁਰਮੁਖੋ ਜੁੜਨਾ, ਜਿਨ੍ਹਾਂ ਲੋਕਾਂ ਨੇ ਜੁੜਨ ਦੀ ਜੁਗਤੀ ਵਿਚਾਰੀ ਹੈ, ਕਿਉਂਕਿ ਸਾਰਿਆਂ ਕੋਲ ਜੁਗਤੀ ਨਹੀਂ ਨਾ। ਸਿਆਣਿਆਂ ਦਾ ਕਥਨ ਹੈ ਜੁਗਤੀ ਬਿਨਾਂ ਮੁਕਤੀ ਨਹੀਂ ਮਿਲਦੀ ਹੈ। ਸੋ ਮੁਕਤੀ ਵਾਸਤੇ ਵੀ ਜੁਗਤੀ ਜ਼ਰੂਰੀ ਹੈ। ਇਹ ਅਕਾਲ ਪੁਰਖ ਜਿਹੜੇ ਤੇਰੇ ਵਿੱਚ ਜੁੜੇ ਨੇ, ਉਹਨਾਂ ਦੇ ਕੋਲ ਜੁਗਤੀ ਹੈ ਜੁੜਨ ਦੀ, ਜਿਨ੍ਹਾਂ ਨੇ ਉਸ ਜੁਗਤੀ ਨੂੰ ਵਿਚਾਰਿਆ ਹੈ। ਸਾਚੇ ਤਾੜੀ ਲਾਈ ਹੈ, ਉਹਨਾਂ ਨੇ ਇਹ ਸੱਚੇ ਪਾਤਸ਼ਾਹ ਆਪ ਦੇ ਵਿੱਚ ਤਾੜੀ ਕਹੀਏ ਸਮਾਧੀ ਲਾ ਲਈ ਹੈ ਭਾਈ। ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ ਨਾ, ਉਹ ਗੁਰਮੁਖਾਂ ਨੇ ਨਾਮ ਜਪ ਕੇ ਸੋ ਤੇਰੇ ਨਾਮ ਦੇ ਵਿੱਚ ਸਮਾਧੀ ਲਾ ਲਈ, ਤੇਰੇ ਵਿੱਚ ਜੁੜ ਗਏ ਹਨ। ਕੇਤੜਿਆਂ ਜੁਗ ਧੁੰਦੂ ਕਾਰੇ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕੇਤੜਿਆਂ ਕਿੰਨੇ ਕੁ ਯੁੱਗ ਧੁੰਦੂਕਾਰਾ। ਧੁੰਦੂਕਾਰਾ ਤੋਂ ਭਾਵ ਹੈ ਅੰਧਕਾਰ ਹੀ ਰਿਹਾ, ਨਾ ਕੋਈ ਚੰਦਰਮਾ ਹੈ, ਨਾ ਕੋਈ ਸੂਰਜ ਹੈ, ਨਾ ਕੋਈ ਧਰਤੀ ਹੈ, ਨਾ ਕੋਈ ਆਕਾਸ਼ ਹੈ। ਤੇ ਵਿਦਵਾਨਾਂ ਨੇ ਸਮਾਂ 36 ਯੁੱਗ ਦਾ ਲਿਖਿਆ। 36 ਯੁੱਗ ਇਹ ਸਮਾਂ ਹੈ। 36 ਯੁੱਗ ਵਰਤੇ ਗੁਬਾਰੇ, ਤਾੜੀ ਲਾਈ ਸਿਰਜਣਹਾਰੇ। ਇਹ ਗੁਰਬਾਣੀ ਦਾ ਬਚਨ ਹੈ। 36 ਯੁੱਗ ਦਾ ਸਮਾਂ ਸੰਸਾਰ ਦੇ ਵਿੱਚ ਅੰਧਕਾਰ ਰਿਹਾ, ਨਾ ਕੋਈ ਪੌਣ ਹੈ, ਨਾ ਕੋਈ ਪਾਣੀ, ਨਾ ਕੋਈ ਧਰਤੀ, ਨਾ ਕੋਈ ਚੰਦਰਮਾ ਤੇ ਨਾ ਕੋਈ ਆਕਾਸ਼ ਹੈ। ਉੱਥੇ ਫਿਰ 10ਵੇਂ ਪਾਤਸ਼ਾਹ ਨੇ ਬਚਨ ਲਿਖੇ ਨੇ। ਮਹਾਰਾਜ ਨੇ ਲਿਖਿਆ ਵੀ ਫਿਰ ਪਰਮਾਤਮਾ ਨੇ 9 ਯੁੱਗ ਜਿਹੜਾ ਹੈ ਨਾ, ਵਾਵੇ ਅੱਖਰ ਦਾ ਜਾਪ ਕੀਤਾ। 9 ਯੁੱਗ ਵਾਵੇ ਅੱਖਰ ਦਾ ਜਾਪ ਕਰਦਿਆਂ ਬਤੀਤ ਹੋਇਆ। ਉਸ ਤੋਂ ਅਗਲੇ ਜਿਹੜੇ 9 ਯੁੱਗ ਨੇ, ਉਹ ਫਿਰ ਹਾਹੇ ਅੱਖਰ ਦਾ ਜਾਪ ਕਰਕੇ ਅਕਾਲ ਪੁਰਖ ਨੇ ਮੰਤਰ ਨੂੰ ਸਿੱਧ ਕੀਤਾ ਹੈ। ਉਸ ਤੋਂ ਅਗਲੇ ਯੁੱਗ ਦੇ ਵਿੱਚ ਫਿਰ 9 ਯੁੱਗ ਜਿਹੜੇ ਨੇ, ਉਹ ਫਿਰ ਗੱਗੇ ਅੱਖਰ ਦਾ ਮੰਤਰ ਜਿਹੜਾ ਹੈ ਉਹ ਸਿੱਧ ਕੀਤਾ ਹੈ। ਤੇ ਅਗਲੇ ਫਿਰ 9 ਜਿਹੜੇ ਯੁੱਗ ਨੇ, ਰਾਰੇ ਅੱਖਰ ਦਾ ਮੰਤਰ ਸਿੱਧ ਕੀਤਾ। ਇਸ ਤਰ੍ਹਾਂ 9 ਚੌਕਾ 36। ਸੋ 9 ਯੁੱਗ ਇੱਕ ਇੱਕ ਮੰਤਰ ਦਾ ਜਾਪ ਕੀਤਾ। ਇੱਕ ਹੈ ਵਾਵਾ, ਪਹਿਲੇ ਯੁੱਗ ਦੇ ਵਿੱਚ ਪਹਿਲਾਂ ਸਭ ਤੋਂ ਵਾਵੇ ਦਾ ਜਿਹੜਾ ਹੈ ਉਚਾਰਨ ਕੀਤਾ, ਉਹਦਾ ਤਪ ਕੀਤਾ। ਫਿਰ ਗੱਗੇ ਦਾ ਤਪ ਕੀਤਾ 9 ਯੁੱਗ। ਫਿਰ ਇਸੇ ਤਰ੍ਹਾਂ
ਰਾਰੇ ਦਾ ਤਪ ਕੀਤਾ 9 ਯੁੱਗ। ਇਸ ਤਰ੍ਹਾਂ ਇਹਨਾਂ ਚੌਵਾਂ ਯੁੱਗਾਂ ਦਾ ਜਾਪ ਕਰਕੇ ਚੌਵਾਂ ਅੱਖਰਾਂ ਦਾ ਫਿਰ ਵੱਖ-ਵੱਖ ਰਾਜ ਦੇ ਵਿੱਚ ਵੱਖ-ਵੱਖ ਯੁੱਗ ਦੇ ਵਿੱਚ ਅੱਖਰ ਬਖਸ਼ਿਸ਼ ਕੀਤੇ ਗਏ। ਜਿਵੇਂ ਸਤਿਯੁਗ ਦੇ ਵਿੱਚ ਗੁਰਮੁਖੋ ਇਹ ਬ੍ਰਹਮਾ ਜੀ ਨੂੰ ਵੱਵਾ ਅੱਖਰ ਦਿੱਤਾ ਸੀ ਪ੍ਰਮਾਤਮਾ ਨੇ, ਵੀ ਅਸੀਂ 9 ਯੁੱਗ ਇਹਦਾ ਤਪ ਕੀਤਾ ਹੈ, ਇਹ ਅੱਖਰ ਤੈਨੂੰ ਦਿੱਤਾ। ਵਵੇ ਤੋਂ ਬਣ ਗਿਆ ਗੁਰਮੁਖੋ ਵਾਸਦੇਵ। ਸਤਿਯੁਗ ਦੇ ਵਿੱਚ ਵਾਸਦੇਵ ਦਾ ਜਾਪ ਕਰਦੇ ਸਨ। ਵਾਸੁਦੇਵ ਵਾਸੁਦੇਵ ਇਹ ਪਰਮਾਤਮਾ ਦਾ ਨਾਮ ਹੈ, ਇਹ ਸਤਿਯੁਗ ਦਾ ਜਾਪ ਹੈ। ਉਸ ਤੋਂ ਬਾਅਦ ਵਿੱਚ ਗੁਰਮੁਖੋ ਫਿਰ ਆਇਆ ਤ੍ਰੇਤਾ ਯੁੱਗ। ਤ੍ਰੇਤੇ ਯੁੱਗ ਦੇ ਵਿੱਚ ਅਕਾਲ ਪੁਰਖ ਨੇ ਫਿਰ ਹਾਹਾ ਅੱਖਰ ਬਖਸ਼ਿਸ਼ ਕੀਤਾ ਹੈ। ਮੰਨੂ ਨਾਮ ਦਾ ਰਾਜਾ ਹੋਇਆ ਨਾ, ਮੰਨੂ ਰਾਜੇ ਨੂੰ ਇਹ ਬਖਸ਼ਿਸ਼ ਕੀਤਾ ਅਕਾਲ ਪੁਰਖ ਨੇ ਵੀ ਹਾਹੇ ਅੱਖਰ ਤੋਂ ਤੂੰ ਜਾਪ ਕਰਵਾ। ਉਸਨੇ ਹਾਹੇ ਅੱਖਰ ਤੋਂ ਗੁਰਮੁਖੋ ਆਪਣੇ ਯੁੱਗ ਦੇ ਵਿੱਚ ਫਿਰ ਹਰ ਹਰ ਦਾ ਜਾਪ ਕਰਾਇਆ। ਇਹ ਤ੍ਰੇਤੇ ਯੁੱਗ ਦਾ ਜਾਪ ਹੈ। ਹਰ ਹਰ ਦਾ ਜਾਪ ਕਰਦੇ ਰਹੇ। ਉਸ ਤੋਂ ਅੱਗੇ ਫਿਰ ਦੁਆਪਰ ਯੁੱਗ ਆਇਆ। ਦੁਆਪਰ ਯੁੱਗ ਦੇ ਵਿੱਚ ਫਿਰ ਬਿਆਸ ਜੀਆਂ ਨੂੰ ਅਕਾਲ ਪੁਰਖ ਨੇ ਗੱਗਾ ਅੱਖਰ ਬਖਸ਼ਿਸ਼ ਕੀਤਾ। ਗੱਗੇ ਅੱਖਰ ਦਾ ਜਾਪ ਜੋ ਸਾਧਿਆ ਹੋਇਆ ਗੱਗਾ ਅੱਖਰ। ਤੇ ਉਸ ਵੇਲੇ ਬਿਆਸ ਜੀਆਂ ਨੇ ਫਿਰ ਜਾਪ ਕਰਾਇਆ ਗੋਬਿੰਦ 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 ਦਾ ਜਾਪ ਜਿਹੜਾ ਹੈ ਉਹ ਗੁਰਮੁਖੋ ਦੁਆਪਰ ਯੁੱਗ ਦੇ ਵਿੱਚ ਹੋਇਆ। ਫਿਰ ਆਇਆ ਕਲਯੁੱਗ ਦਾ ਸਮਾਂ। ਕਲਯੁੱਗ ਦੇ ਸਮੇਂ ਦੇ ਅੰਦਰ ਫਿਰ ਰਾਰਾ ਅੱਖਰ ਬਖਸ਼ਿਸ਼ ਕੀਤਾ ਅਕਾਲ ਪੁਰਖ ਜੀਆਂ ਨੇ। ਜਿਹੜੇ ਰਿਖੀ ਮੁਨੀ ਸਨ ਸਾਧੂ ਸੰਤ ਉਹਨਾਂ ਦੇ ਦੁਆਰਾ, ਜਾਂ ਇਹ ਕਲਯੁੱਗ ਦੇ ਵਿੱਚ ਇੱਕ ਸ਼ੰਕਰਾਚਾਰੀਆ ਜੀ ਹੋਏ ਪਹਿਲੇ ਸਮੇਂ, ਬੜੇ ਵੱਡੇ ਧਰਮਾਤਮਾ ਸਨ। ਜਦੋਂ ਯੋਗ ਦੀ ਸ਼ੁਰੂਆਤ ਹੋਈ ਹੈ ਉਹਨਾਂ ਨੂੰ ਰਾਰਾ ਅੱਖਰ ਬਖਸ਼ਿਆ ਵੀ ਤੁਸੀਂ ਰਾਰੇ ਅੱਖਰ ਤੋਂ ਇਹ ਲੋਕਾਂ ਨੂੰ ਜਾਪ ਜਪਾਓ। ਇਸ ਤਰ੍ਹਾਂ 4 ਅੱਖਰਾਂ ਦਾ ਜਾਪ ਜਿਹੜਾ ਨਾ ਚੌਵਾਂ ਯੁੱਗਾਂ ਵਿੱਚ 4 ਵਿਅਕਤੀਆਂ ਨੂੰ ਵੱਖ-ਵੱਖ ਥਾਂ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਸਾਰ ਵਿੱਚ ਆਏ, ਮਹਾਰਾਜ ਨੇ ਆਉਂਦੇ ਹੀ ਆਪਣੇ ਮੁਖ ਤੋਂ ਆਖਿਆ ਸੀ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਵਤਾਰ ਪੁਰਬ ਆਪਾਂ ਮਨਾ ਰਹੇ ਹਨ। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਵਤਾਰ ਹੋਇਆ ਨਾ ਰਾਏ ਭੋਏ ਦੀ ਤਲਵੰਡੀ ਵਿਖੇ, ਉਸ ਵੇਲੇ ਦੌਲਤਾਂ ਦਾਈ ਜਿਹੜੀ ਆ ਉਹ ਸੇਵਾ ਵਿੱਚ ਮਾਤਾ ਜੀ ਦੇ ਕੋਲ ਬੈਠੀ ਹੋਈ ਹੈ। ਸਤਿਗੁਰਾਂ ਦਾ ਅਵਤਾਰ ਹੋਇਆ ਤੇ ਦੌਲਤਾਂ ਦਾਈ ਨੇ ਉਸ ਵੇਲੇ ਆ ਕੇ ਦੌੜ ਕੇ ਦੱਸਿਆ ਬਾਬਾ ਕਲਿਆਣ ਚੰਦ ਜੀਆਂ ਨੂੰ ਤੁਹਾਡੇ ਘਰ ਵਿੱਚ ਪੁੱਤਰ ਦਾ ਆਉਣਾ ਹੋਇਆ ਹੈ। ਬਾਬਾ ਕਲਿਆਣ ਚੰਦ ਜੀ ਬੜੇ ਖੁਸ਼ ਹੋਏ, ਨਾਲ ਹੀ ਆਪਣੇ ਨੌਕਰ ਨੂੰ ਭੇਜਿਆ, ਕਹਿਣ ਲੱਗੇ ਜਾਓ ਹਰਦਿਆਲ ਪ੍ਰੋਹਤ ਨੂੰ ਬੁਲਾ ਕੇ ਲਿਆਓ। ਹਰਦਿਆਲ ਨਾਮ ਦਾ ਪ੍ਰੋਹਤ ਹੈ ਜੋ ਇਹਨਾਂ ਦਾ ਖਾਨਦਾਨ ਦਾ ਪ੍ਰੋਹਤ ਹੈ। ਜਦੋਂ ਜਾ ਕੇ ਸੁਨੇਹਾ ਦਿੱਤਾ ਨਾ ਉਸ ਨੌਕਰ ਨੇ ਵੀ ਬਾਬਾ ਕਲਿਆਣ ਚੰਦ ਜੀ ਨੇ ਬੁਲਾਇਆ, ਉਹਨਾਂ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ। ਤੇ ਇਤਿਹਾਸਕਾਰਾਂ ਨੇ ਬਚਨ ਲਿਖਿਆ ਵੀ ਹਰਦਿਆਲ ਜੀ ਬੜੇ ਵੱਡੇ ਜੋਤਸ਼ੀ ਸਨ, ਬਹੁਤ ਉਹਨਾਂ ਨੂੰ ਗਿਆਨ ਸੀ ਇਸ ਵਿਦਿਆ ਦਾ। ਉਹਨਾਂ ਨੇ ਬਚਨ ਸੁਣਦਿਆਂ ਨਾਲ ਹੀ ਆਪਣੇ ਮਨ ਵਿੱਚ ਵਿਚਾਰਿਆ ਵੀ ਜਿਸ ਬੱਚੇ ਦਾ ਜਨਮ ਇਸ ਵੇਲੇ ਹੋਇਆ ਨਾ, ਇਹਨਾਂ ਸਮਿਆਂ ਦੇ ਵਿੱਚ ਜਨਮ ਹੋਇਆ ਵੀ ਅੰਮ੍ਰਿਤ ਵੇਲੇ ਦਾ ਸਮਾਂ, ਕੱਤੇ ਦੀ ਪੂਰਨਮਾਸ਼ੀ ਹੈ। ਉਹਨੇ ਸਾਰੇ ਆਪਣੇ ਲਗਨ ਵਗੈਰਾ ਵਿਚਾਰੇ ਤੇ ਵਿਚਾਰਨ ਤੋਂ ਬਾਅਦ ਵਿੱਚ ਇਹ ਗੱਲ ਮਨ ਵਿੱਚ ਸੋਚੀ ਵੀ ਇਹ ਕੋਈ ਬੱਚਾ ਆਮ ਨਹੀਂ ਹੈ, ਇਹ ਕੋਈ ਖਾਸ ਹੀ ਹੈ, ਕੋਈ ਰੱਬੀ ਅਵਤਾਰ ਦੁਨੀਆ ਤੇ ਇਸ ਸਮੇਂ ਆ ਸਕਦਾ, ਆਮ ਦਾ ਇਸ ਵੇਲੇ ਜਨਮ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਕਿ ਉਹ ਸਵੇਰੇ ਆਉਂਦਾ, ਦਿਨ ਚੜ੍ਹੇ ਆਉਂਦਾ, ਵਿਦਵਾਨਾਂ ਦਾ ਬਚਨ ਹੈ ਉਦੋਂ ਹੀ ਨਾਲ ਤੁਰ ਪਿਆ, ਕਹਿਣ ਲੱਗਾ ਹੁਣੇ ਹੀ ਚੱਲਦਾ ਮੈਂ ਜਾ ਕੇ ਮੈਂ ਵੇਖਾਂ ਤੇ ਸਹੀ। ਜਦੋਂ ਆਇਆ ਨਾ ਬਾਬਾ ਕਲਿਆਣ ਚੰਦ ਜੀਆਂ ਦੇ ਕੋਲ ਤੇ ਉਸ ਵੇਲੇ ਫਿਰ ਪੁੱਛਿਆ ਹਰਦਿਆਲ ਜੀ ਨੇ, ਦੌਲਤਾਂ ਦਾਈ ਨੂੰ ਬੁਲਾਇਆ। ਦੌਲਤਾਂ ਦਾਈ ਨੂੰ ਬੁਲਾ ਕੇ ਉਸਨੇ ਪੁੱਛਿਆ ਵੀ ਜਦੋਂ ਇਹ ਬਾਲਕ ਨੇ ਜਨਮ ਲਿਆ ਉਦੋਂ ਕੀ ਤੂੰ ਵੇਖਿਆ ਆਪਣੀਆਂ ਅੱਖਾਂ ਦੇ ਨਾਲ, ਕੀ ਸੁਣਿਆ ਹੈ ਉਹ ਮੈਨੂੰ ਦੱਸ। ਕਿਉਂਕਿ ਉਹ ਜਾਣਦਾ ਹੈ ਵੀ ਇਹ ਬੱਚਾ ਆਮ ਨਹੀਂ ਹੈ, ਇਹ ਅਵਤਾਰੀ ਪੁਰਸ਼ ਹੈ, ਕੋਈ ਨਾ ਕੋਈ ਨਵਾਂ ਕੌਤਕ ਤੇ ਹੋਇਆ ਹੀ ਹੋਵੇਗਾ। ਉਸ ਵੇਲੇ ਦੌਲਤਾਂ ਦਾਈ ਨੇ ਬਚਨ ਦੱਸਿਆ, ਕਹਿਣ ਲੱਗੀ ਵੀ ਪੰਡਤ ਜੀ ਪ੍ਰੋਹਤ ਜੀ ਬਚਨ ਇਹ ਹੈ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਨਾ, ਜਨਮ ਹੁੰਦਿਆਂ ਸਾਰ ਕਮਰੇ ਦੇ ਵਿੱਚ ਇੰਨਾ ਪ੍ਰਕਾਸ਼ ਹੋਇਆ ਕਿ ਮੰਨ ਲਓ ਵੀ ਕਰੋੜਾਂ ਸੂਰਜਾਂ ਦਾ ਚਾਨਣ ਵੀ ਉਹਦੇ ਸਾਹਮਣੇ ਫਿੱਕਾ ਪੈ ਗਿਆ। ਬੋਲੇ ਸੋ ਨਿਹਾਲ। ਇਹ ਬੱਚਾ ਐਸਾ ਕੋਈ ਨੂਰਾਨੀ ਹੈ, ਇਹਦੇ ਜਨਮ ਲੈਣ ਦੇ ਨਾਲ ਕਮਰੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਉਹਦੀ ਤਸੱਲੀ ਹੋ ਗਈ ਵੀ ਇਹ ਆਮ ਨਹੀਂ ਹੈ। ਫਿਰ ਉਸਨੇ ਦੁਬਾਰਾ ਪੁੱਛਿਆ, ਕਹਿਣ ਲੱਗਾ ਕੋਈ ਹੋਰ ਨਵੀਂ ਗੱਲ ਵਾਪਰੀ ਹੋਵੇ ਉਹ ਵੀ ਮੈਨੂੰ ਦੱਸੋ ਦੌਲਤਾਂ ਜੀ। ਦੌਲਤਾਂ ਦਾਈ ਨੇ ਫਿਰ ਦੂਜਾ ਬਚਨ ਦੱਸਿਆ, ਕਹਿਣ ਲੱਗੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਸ ਵੇਲੇ ਬੱਚੇ ਆਮ ਰੋਂਦੇ ਹੀ ਨੇ, ਬੱਚੇ ਰੋਂਦਿਆਂ ਦਾ ਜਨਮ ਹੁੰਦਾ ਹੈ, ਜਾਂ ਕਈ ਵਾਰੀ ਪੀੜਾ ਨਾ ਸਹਾਰਦਿਆਂ ਹੋਇਆਂ ਬੱਚਾ ਬੇਹੋਸ਼ ਹੋ ਜਾਂਦਾ,
ਤੇ ਉਸ ਨੂੰ ਫਿਰ ਹੋਸ਼ ਵਿੱਚ ਲਿਆਂਦਾ ਜਾਂਦਾ। ਅੱਜ ਡਾਕਟਰ ਵੀ ਇਹ ਕਿਰਿਆ ਕਰਦੇ ਜਾਂ ਪਹਿਲਾਂ ਦਾਈਆਂ ਇਹ ਕਿਰਿਆ ਕਰਵਾਉਂਦੀਆਂ। ਪਰ ਦੌਲਤਾਂ ਦਾਈ ਇਹ ਬਚਨ ਸੁਣਾਉਂਦੀ ਪਈ ਹੈ, ਕਹਿਣ ਲੱਗੇ ਜਦੋਂ ਇਹਨਾਂ ਦਾ ਜਨਮ ਹੋਇਆ ਨਾ ਤੇ ਇਹ ਰੋਏ ਸਨ, ਨਾ ਹੀ ਇਹ ਬੇਹੋਸ਼ ਸਨ, ਸਗੋਂ ਇਹਨਾਂ ਦਾ ਚਿਹਰਾ ਖਿੜਿਆ ਹੋਇਆ ਸੀ ਤੇ ਹੱਸਦੇ ਪਏ ਸੀ ਆਪਣੇ ਮੁਖ ਤੋਂ ਜਦੋਂ ਸੰਸਾਰ ਵਿੱਚ ਆਏ। ਇਹ ਦੂਜਾ ਬਚਨ ਸੁਣਾਇਆ ਹੈ। ਹੋਰ ਤਸੱਲੀ ਬਣ ਗਈ ਵੀ ਇਹ ਕੋਈ ਆਮ ਨਹੀਂ, ਇਹ ਸੰਸਾਰ ਰੋਂਦੇ ਨੂੰ ਸਗੋਂ ਹਸਾਉਣ ਵਾਸਤੇ ਆਏ ਨੇ, ਪ੍ਰਸੰਨ ਕਰਨ ਵਾਸਤੇ ਆਏ। ਸਮਝ ਗਿਆ ਦੂਜਾ ਬਚਨ। ਫਿਰ ਤੀਜੀ ਵਾਰੀ ਪੁੱਛਿਆ, ਕਹਿਣ ਲੱਗਾ ਵੀ ਹੋਰ ਵੀ ਕੋਈ ਬਚਨ ਹੋਇਆ ਉਸ ਵੇਲੇ ਮੈਨੂੰ ਉਹ ਵੀ ਦੱਸਿਆ ਜਾਵੇ। ਦੌਲਤਾਂ ਦਾਈ ਨੇ ਆਖਿਆ, ਕਹਿਣ ਲੱਗੀ ਬਚਨ ਤੇ ਇੱਕ ਹੋਇਆ ਹੈ, ਪਰ ਬਚਨ ਮੈਨੂੰ ਯਾਦ ਨਹੀਂ ਹੈ। ਜਦੋਂ ਇਸ ਬੱਚੇ ਦਾ ਜਨਮ ਹੋਇਆ, ਇਹਨੇ ਜਨਮ ਲੈਂਦਿਆਂ ਹੀ ਆਪਣੇ ਮੁਖ ਤੋਂ ਕੁਝ ਆਖਿਆ ਹੈ, ਕੁਝ ਬੋਲਿਆ ਹੈ ਜਨਮ ਲੈਂਦਿਆਂ ਸਾਰ ਹੀ। ਪਰ ਉਹ ਬਚਨ ਕੀ ਆਖਿਆ ਉਹ ਮੈਨੂੰ ਚੇਤਾ ਨਹੀਂ ਰਿਹਾ ਵੀ ਇਹਨੇ ਬੋਲਿਆ ਕੀ ਹੈ। ਵਿਦਵਾਨ ਮਹਾਂਪੁਰਖਾਂ ਦਾ ਜਪ ਤਪ ਕਰਨ ਵਾਲੇ ਜਿਹੜੇ ਸਾਧੂ ਨੇ ਉਹਨਾਂ ਦਾ ਬਚਨ ਇਹ ਹੈ ਵੀ ਉਹ ਜਿਹੜੇ ਦੌਲਤਾਂ ਨੇ ਬਚਨ ਆਖੇ ਨਾ ਵੀ ਇਹ ਬੱਚੇ ਨੇ ਕੁਝ ਬੋਲਿਆ ਹੈ ਪਰ ਮੈਨੂੰ ਸਮਝ ਨਹੀਂ ਆਇਆ, ਉਹ ਮਹਾਂਪੁਰਖਾਂ ਦੀ ਵਿਚਾਰ ਇਹ ਹੈ ਵੀ ਉਹ ਸਤਿਗੁਰਾਂ ਨੇ ਜਨਮ ਲੈਂਦਿਆਂ ਹੀ ਆਖਿਆ ਸੀ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਉਂਕਿ ਧਰਤੀ ਨੇ ਪੁਕਾਰ ਕੀਤੀ ਨਾ ਵੀ ਪ੍ਰਮਾਤਮਾ ਮੇਰੇ ਉੱਪਰ ਪਾਪ ਦਾ ਬੜਾ ਭਾਰੀ ਭਾਰ ਵੱਧ ਗਿਆ, ਆਪ ਕਿਰਪਾ ਕਰਕੇ ਇਸ ਭਾਰ ਨੂੰ ਦੂਰ ਕਰੋ। ਤੇ ਉਸ ਵੇਲੇ ਆਖਿਆ ਸੀ ਅਸੀਂ ਆਪ ਆਵਾਂਗੇ ਤੇ ਨਾਮ ਜਪਾਵਾਂਗੇ। ਹੁਣ ਸਤਿਗੁਰੂ ਜਾਣਦੇ ਜਿੰਨੇ ਚਿਰ ਨੂੰ ਜਵਾਨ ਹੋਣਾ ਉਹਨੇ ਚਿਰ ਨੂੰ ਕਈ ਸਾਲ ਲੱਗ ਜਾਣੇ। ਆਉਂਦਿਆਂ ਹੀ ਆਪਣੇ ਮੁਖ ਤੋਂ ਇਹ ਬਚਨ ਕਰਕੇ ਧਰਤੀ ਦੇ ਬੋਝ ਨੂੰ ਮਹਾਰਾਜ ਨੇ ਘੱਟ ਕਰ ਦਿੱਤਾ। ਐਸੀਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਕੀਤੀਆਂ। ਫਿਰ ਪੂਰਾ ਨਿਸ਼ਚਾ ਕਰਕੇ ਹਰਦਿਆਲ ਜੀ ਕਹਿਣ ਲੱਗੇ ਨਹੀਂ ਹੁਣ ਬੱਚੇ ਦੇ ਦਰਸ਼ਨ ਵੀ ਕਰਵਾਓ। ਉਸ ਵੇਲੇ ਦੌਲਤਾਂ ਦਾਈ ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਵੀ ਨਹੀਂ ਬਾਹਰ ਤੇ ਠੰਡ ਹੈ, ਬੱਚਾ ਕੋਮਲ ਹੈ, ਬਾਹਰ ਕਿਵੇਂ ਲਿਆਈਏ, ਕਿਉਂਕਿ ਕਈ ਵਿਚਾਰਾਂ ਹੋ ਜਾਂਦੀਆਂ ਨਾ ਪਰਿਵਾਰਾਂ ਵਿੱਚ, ਨਜ਼ਰ ਲੱਗ ਜਾਏਗੀ, ਹਵਾ ਲੱਗ ਜਾਏਗੀ, ਕਈ ਕੁਝ ਹੋ ਜਾਏਗਾ। ਤੇ ਉਹ ਪੰਡਤ ਜੀ ਹਰਦਿਆਲ ਜੀ ਕਹਿਣ ਲੱਗੇ ਵੀ ਨਹੀਂ ਇਹ ਤੇ ਲਿਆਉਣਾ ਹੀ ਪਵੇਗਾ, ਮੈਂ ਤਾਂ ਹੀ ਇਹਦਾ ਪੂਰਾ ਲਗਨ ਪੂਰਾ ਸਾਹਾ ਜਿਹੜਾ ਹੈ ਨਾ ਉਹ ਬਣਾ ਸਕਦਾ ਹਾਂ, ਤਾਂ ਹੀ ਇਹਨਾਂ ਦੀ ਜਿਹੜੀ ਹੈ ਉਹ ਪੱਤਰੀ ਬਣਾਈ ਜਾ ਸਕਦੀ ਹੈ। ਜਿਸ ਵੇਲੇ ਦੌਲਤਾਂ ਫਿਰ ਬਾਹਰ ਲੈ ਕੇ ਆਈ ਹਰਦਿਆਲ ਜੀਆਂ ਨੇ ਮਨ ਹੀ ਮਨ, ਕਿਉਂਕਿ ਪ੍ਰਤੱਖ ਉਹਨੇ ਤਾਂ ਨਹੀਂ ਮੱਥਾ ਟੇਕਿਆ ਵੀ ਮੈਂ ਉਮਰ ਦੇ ਵਿੱਚ ਵੱਡਾ ਤੇ ਇੱਕ ਮੈਂ ਧਰਮ ਦਾ ਵੱਡਾ ਵਿਦਵਾਨ ਹਾਂ, ਧਰਮ ਦਾ ਮੈਂ ਧਾਰਮਿਕ ਵਿਅਕਤੀ ਹਾਂ, ਮੈਂ ਇੱਕ ਬੱਚੇ ਨੂੰ ਮੱਥਾ ਟੇਕਾਂਗਾ ਤੇ ਲੋਕ ਵੇਖ ਕੇ ਸ਼ੱਕ ਕਰਨਗੇ ਵੀ ਇਹ ਕੀ ਕਾਰਨ। ਮਨੋਂ ਹੀ ਮੱਥਾ ਟੇਕਿਆ, ਨਾਲ ਹੀ ਬੇਨਤੀ ਕੀਤੀ, ਕਹਿਣ ਲੱਗਾ ਸਤਿਗੁਰੂ ਕਿਰਪਾ ਕਰਿਓ, ਜਿੰਨਾ ਚਿਰ ਤੁਸੀਂ ਆਪਣੇ ਮੁਖੋਂ ਉਪਦੇਸ਼ ਨਹੀਂ ਨਾ ਮੈਨੂੰ ਦੇ ਕੇ ਮੇਰਾ ਭਲਾ ਕਰਦੇ, ਮੇਰੇ ਤੇ ਕਿਰਪਾ ਇਹ ਰੱਖਿਓ ਵੀ ਉਹਨਾਂ ਚਿਰ ਮੈਂ ਸਰੀਰ ਛੱਡ ਕੇ ਦੁਨੀਆ ਤੋਂ ਨਾ ਜਾਵਾਂ। ਇੱਕ ਵਾਰੀ ਆਖੀਏ ਸਤਿਨਾਮ। ਸੋ ਉਹ ਬੇਨਤੀ ਪ੍ਰਵਾਨ ਹੋਈ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ। ਫਿਰ ਮਹਾਰਾਜ ਜੀਆਂ ਨੇ ਜਦੋਂ ਜਨੇਊ ਪਾਉਣ ਵਾਸਤੇ ਆਇਆ ਸੀ ਨਾ ਹਰਦਿਆਲ ਪੰਡਤ ਮਹਾਰਾਜ ਜੀਆਂ ਦੇ, ਮਹਾਰਾਜ ਨੇ ਆਖਿਆ ਇਹ ਜਨੇਊ ਨਹੀਂ ਪਾਉਣਾ ਹੈ। ਉਸ ਵੇਲੇ ਉਹ ਸਮਝ ਗਿਆ ਵੀ ਹੁਣ ਇਹ ਉਪਦੇਸ਼ ਦੇਣਗੇ, ਹੱਥ ਜੋੜ ਕੇ ਆਖਿਆ ਫਿਰ ਮਹਾਰਾਜ ਆਪ ਦੱਸੋ। ਫਿਰ ਉੱਥੇ ਸ਼ਬਦ ਉਚਾਰਿਆ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਫਿਰ ਇਹ ਸ਼ਬਦ ਉਚਾਰ ਕੇ ਉਸ ਬ੍ਰਾਹਮਣ ਦਾ, ਪੰਡਤ ਦਾ, ਹਰਦਿਆਲ ਦਾ ਮਹਾਰਾਜ ਨੇ ਭਲਾ ਕਰ ਦਿੱਤਾ, ਉਸ ਨੂੰ ਮੁਕਤੀ ਦੀਆਂ ਦਾਤਾਂ ਬਖਸ਼ਿਸ਼ ਕਰ ਦਿੱਤੀਆਂ। ਸੋ ਰੋ ਵਿਚਾਰ ਐਸੇ ਗੁਰਮੁਖੋ ਸਤਿਗੁਰਾਂ ਦਾ ਆਪਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਮਹਿਮਾ ਬੇਅੰਤ ਹੈ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ, ਕਹਿੰਦੇ ਕੇਤੜਿਆ ਦੁਗ ਧੁੰਦੂ ਕਾਰੇ, 36 ਯੁੱਗ ਜਿਹੜੇ ਨੇ ਧੁੰਦੂਕਾਰ ਅੰਧਕਾਰ ਦਾ ਸਮਾਂ ਲੰਘਿਆ, 4 ਅੱਖਰਾਂ ਦਾ ਜਾਪ 9-9 ਯੁੱਗ ਕੀਤਾ। ਫਿਰ ਉਹਨਾਂ 4 ਅੱਖਰਾਂ ਦੇ ਇੱਕ ਇੱਕ ਅੱਖਰ ਨੂੰ ਵੱਖਰੇ ਵੱਖਰੇ ਸਮੇਂ ਤੇ ਮਹਾਂਪੁਰਖਾਂ ਨੂੰ ਦੇ ਕੇ ਧਰਤੀ ਦਾ ਭਲਾ ਕਰਵਾਇਆ। ਪਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦੁਨੀਆ ਤੇ ਆਏ, 4 ਅੱਖਰਾਂ ਦਾ ਇਕੱਠਾ ਜਾਪ ਲਿਆ ਕੇ ਧਰਤੀ ਤੇ ਆ ਕੇ ਆਖਿਆ ਵਾਹਿਗੁਰੂ ਵਾਹਿਗੁਰੂ। ਇਹ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਕਹਿਣ ਲੱਗੇ ਵੀ ਉਹ ਅਕਾਲ ਪੁਰਖ ਆਪਣੀ ਸਮਾਧੀ ਵਿੱਚ ਹਨ। ਤਾੜੀ ਲਾਈ ਸਿਰਜਣਹਾਰੇ, ਜੋ ਸਿਰਜਣਹਾਰ ਅਕਾਲ ਪੁਰਖ ਹੈ, ਤਾੜੀ ਭਾਵ ਗੁਰਮੁਖੋ ਸਮਾਧੀ, ਉਹ ਸਮਾਧੀ ਵਿੱਚ ਬੈਠਣ ਵਾਲਾ। ਸੋ 36 ਯੁੱਗ ਉਸਨੇ ਐਸੀ ਸਮਾਧੀ ਲਾ ਕੇ, ਐਸਾ ਚੌਂਕੜਾ ਲਾ ਕੇ ਇਹਨਾਂ ਅੱਖਰਾਂ ਦੇ ਜਾਪ ਨੂੰ ਕੀਤਾ ਹੈ। ਸੱਚ ਨਾਮ ਸੱਚੀ ਵਡਿਆਈ, ਗੁਰਮੁਖੋ ਸੱਚੇ ਨਾਮ ਨੂੰ ਜਪਣ ਵਾਲਾ ਉਹਦੀ ਵਡਿਆਈ ਹੁੰਦੀ ਹੈ। ਕਲਯੁਗ ਦਾ ਜਿਹੜਾ ਸਮਾਂ ਹੈ ਨਾ, ਤੁਸੀਂ ਜਿੰਨੀ ਮਰਜ਼ੀ ਦੁਨੀਆ ਦੀ ਫੋਕੀ ਵਡਿਆਈ ਲੈ ਲਵੋ, ਕਹਿ ਕੇ ਲੋਕਾਂ ਕੋਲੋਂ ਜੈ ਜੈਕਾਰ ਕਰਵਾ ਲਓ, ਪਰ ਥੋੜੇ ਸਮੇਂ ਦੀ ਹੈ, ਬਾਅਦ ਵਿੱਚ ਨਿੰਦਿਆ ਵੀ ਹੋਵੇਗੀ। ਪਰ ਅਸਲ ਵਿੱਚ ਇਸ ਯੁੱਗ ਦੇ ਵਿੱਚ ਨਾਮ ਦੀ ਵਡਿਆਈ, ਨਾਮ ਦੀ ਮਹਿਮਾ ਹੈ। ਜਿਨ੍ਹਾਂ ਨੇ ਨਾਮ ਜਪਿਆ ਭਾਈ,
ਸੱਚ ਨਾਮ ਸੱਚੀ ਵਡਿਆਈ, ਸੱਚੇ ਨਾਮ ਜਪਣ ਵਾਲਿਆਂ ਨੂੰ ਸੱਚੀ ਵਡਿਆਈ ਆਪਣੇ ਦਰ ਦੀ ਬਖਸ਼ਿਸ਼ ਕਰਦਾ ਹੈ। ਸਾਚੈ ਤਖਤ ਵਡਾਈ ਅਤੇ ਹੈ। ਮਹਾਰਾਜ ਕਿਹੜੀ ਵਡਿਆਈ ਮਿਲਦੀ ਹੈ? ਕਹਿੰਦੇ ਸਰੂਪ ਰੂਪੀ ਤਖਤ ਦੀ ਵਡਿਆਈ ਮਿਲਦੀ ਹੈ। ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲੈਂਦਾ, ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ, ਆਪਣੇ ਨਾਲ ਹੀ ਮਿਲਾ ਲੈਂਦਾ। ਜਿਵੇਂ ਭਾਈ ਪਾਰੋ ਜੀ ਨੂੰ ਆਖਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਨੇ, ਭਾਈ ਪਾਰੋ ਆਪਣਾ ਸਰੀਰ ਛੱਡ ਕੇ ਸਾਡੇ ਹਿਰਦੇ ਵਿੱਚ ਹੀ ਆ ਕੇ ਸਮਾ ਜਾ। ਇਸ ਤਰ੍ਹਾਂ ਦੀ ਵਡਿਆਈ ਬਖਸ਼ਿਸ਼ ਕਰਦੇ ਮਹਾਰਾਜ ਸਾਹਿਬ ਜੀ। ਆਪਣੇ ਸਰੂਪ ਦੀ ਵਡਿਆਈ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ। ਸਤਜੁਗ ਸਤ ਸੰਤੋਖ ਸਰੀਰਾ। ਸਤਿਗੁਰੂ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਸਾਹਿਬ ਜੀ ਇਹ ਯੁੱਗਾਂ ਦੀ ਆਪ ਦੀ ਜਿਹੜਾ ਯੁੱਗਾਂ ਦਾ ਧਰਮ ਹੈ ਉਹਦੇ ਬਾਰੇ ਆਪ ਦੱਸੋ ਵੀ ਕਿਹੜੇ ਕਿਹੜੇ ਯੁੱਗ ਵਿੱਚ ਕੀ ਕੀ ਹੋਇਆ ਹੈ। ਤੇ ਸਤਿਗੁਰੂ ਕਹਿਣ ਲੱਗੇ ਚਲੋ ਭਾਈ ਇਹ ਬਚਨ ਸੁਣਾ ਦਈਏ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਹੋਏ। ਫਿਰ ਮਹਾਰਾਜ ਸਾਹਿਬ ਜੀ ਸਭ ਤੋਂ ਪਹਿਲਾਂ ਸਤਿਯੁਗ ਦੀ ਗੱਲ ਕਰਦੇ ਪਏ। ਕਹਿਣ ਲੱਗੇ ਭਾਈ ਜਦੋਂ ਸਤਿਯੁਗ ਦਾ ਸਮਾਂ ਸੀ ਨਾ, ਉਸ ਵੇਲੇ ਸਰੀਰ ਦੇ ਵਿੱਚ ਸੱਤ ਤੇ ਸੰਤੋਖ ਇਹ ਦੋਨੇ ਹੀ ਪ੍ਰਧਾਨ ਸਨ। ਭਾਵੇਂ ਕਿ ਅੱਜ ਕਲਯੁਗ ਦੇ ਵਿੱਚ ਸੱਤ ਨਹੀਂ ਰਹਿ ਗਿਆ, ਨਾ ਸੰਤੋਖ ਰਹਿ ਗਿਆ ਹੈ, ਪਰ ਉਹਨਾਂ ਸਮਿਆਂ ਵਿੱਚ ਸਤਿਯੁਗ ਦੇ ਵਿੱਚ ਕਹਿਣ ਲੱਗੇ ਸੱਤ ਤੇ ਸੰਤੋਖ ਇਹ ਸਰੀਰਾਂ ਵਿੱਚ ਖਾਸ ਕਰਕੇ ਪ੍ਰਧਾਨ ਸਨ। ਲੋਕ ਸੰਤੋਖੀ ਸਨ ਉਸ ਵੇਲੇ, ਤੇ ਸੱਤ ਕਹੀਏ ਸੱਚ ਬੋਲਦੇ ਸਨ, ਕਦੇ ਝੂਠਾ ਬਚਨ ਨਹੀਂ ਸਨ ਮੁਖੋਂ ਬੋਲਦੇ। ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਸਤਿਯੁਗ ਦੇ ਵਿੱਚ ਹੋਏ। ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਤੇ ਮੁਰਦਾ ਖਾਣਾ। ਮੁਰਦਾ ਕੋਈ ਚੀਜ਼ ਪਈ ਹੋਈ ਨਾ, ਮੁਰਦਾਰ ਪਿਆ ਹੋਇਆ, ਮਰਿਆ ਹੋਇਆ ਜਾਨਵਰ ਪਿਆ, ਮਰੇ ਜਾਨਵਰ ਨੂੰ ਖਾਣਾ, ਝੂਠ ਬੋਲਣਾ ਇੱਕ ਸਮਾਨ ਹੈ। ਮਹਾਰਾਜ ਨੇ ਵਰਜਿਆ ਆਪਣੇ ਸਿੱਖ ਨੂੰ ਵੀ ਕਦੇ ਝੂਠ ਨਹੀਂ ਬੋਲਣਾ ਹੈ। ਮਹਾਰਾਜ ਕਹਿਣ ਲੱਗੇ ਭਾਈ ਸਤਿਯੁਗ ਦੇ ਵਿੱਚ ਸੱਤ ਤੇ ਸੰਤੋਖ ਦੀ ਪ੍ਰਧਾਨਤਾ ਹੈ, ਇਸ ਕਰਕੇ ਸਾਰੇ ਸਰੀਰ ਸਤ ਸੰਤੋਖੀ ਹਨ। ਸਤ ਸਤ ਵਰਤੈ ਗਹਿਰ ਗੰਭੀਰਾ। ਉਸ ਵੇਲੇ ਇਸੇ ਕਰਕੇ ਜੀਵਾਂ ਦੇ ਅੰਦਰ ਸਤ ਕਹੀਏ ਨਿਸ਼ਚੈ ਕਰਕੇ ਗਹਿਰ ਗੰਭੀਰ ਸੱਚਾ ਅਕਾਲ ਪੁਰਖ ਵਰਤਦਾ ਹੈ। ਸਤ ਸੰਤੋਖ ਹੋਣ ਕਰਕੇ ਸਾਰੇ ਜੀਵਾਂ ਵਿੱਚ ਪਰਮਾਤਮਾ ਸੁਭਾਏਮਾਨ ਹੈ। ਸੱਚਾ ਸਾਹਿਬ ਸੱਚ ਪਰਖੈ। ਸੱਚਾ ਸਾਹਿਬ ਸੱਚ ਬੋਲਣ ਵਾਲਿਆਂ ਦੀ ਪਰਖ ਕਰਦਾ ਹੈ। ਪਰਖਦਾ ਸੀ ਅਕਾਲ ਪੁਰਖ ਵੀ ਇਹ ਬੰਦਾ ਸੱਚ ਬੋਲਦਾ ਹੈ ਕਿ ਝੂਠ ਬੋਲਦਾ ਹੈ। ਸੱਚੇ ਅਕਾਲ ਪੁਰਖ ਨੇ ਸੱਚ ਬੋਲਣ ਵਾਲਿਆਂ ਦੀ ਪਰਖ ਕੀਤੀ ਹੈ ਤੇ ਪਰਖ ਕਰਕੇ ਫਿਰ ਉਹਨਾਂ ਨੂੰ ਮੁਕਤ ਕਰ ਦਿੰਦੇ ਹਨ। ਸਾਚੈ ਹੁਕਮ ਚਲਾਈ ਜਿਹੜੇ ਹੈ। ਸੱਚ ਬੋਲਦੇ ਸਨ ਉਹਨਾਂ ਨੂੰ ਆਪਣੇ ਹੁਕਮ ਦੇ ਵਿੱਚ ਵੀ ਉਹ ਚਲਾਉਂਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਸੱਚ ਬੋਲਣ ਵਾਲਿਆਂ ਦੇ ਸਿਰ ਦੇ ਉੱਪਰ ਮਿਹਰ ਦਾ ਹੱਥ ਰੱਖਦਾ ਹੈ, ਉਹਨਾਂ ਨੂੰ ਆਪਣੀ ਰਜ਼ਾ ਵਿੱਚ ਚਲਾਉਂਦਾ ਹੈ, ਉਹਨਾਂ ਦੇ ਉੱਪਰ ਬਖਸ਼ਿਸ਼ ਕਰਦਾ ਹੈ। ਸਤ ਸੰਤੋਖੀ ਸਤਿਗੁਰ ਪੂਰਾ। ਤੇ ਗੁਰਮੁਖੋ ਪੂਰਾ ਸਤਿਗੁਰੂ ਵੀ ਸਤ ਸੰਤੋਖ ਵਾਲਾ ਹੈ। ਵੈਸੇ ਤੇ ਕਲਯੁਗ ਦੇ ਅੰਦਰ ਜਿਹੜੇ ਗੁਰੂ ਨੇ ਅਧੂਰੇ, ਗੁਰੂ ਨੇ ਪਾਪੀ, ਗੁਰੂ ਨੇ ਲੋਭੀ। ਕਲਯੁਗ ਵਿੱਚ ਕਿਸੇ ਸਾਧੜੇ ਕੋਲ ਚਲੇ ਜਾਓ, ਸਾਧ ਕੋਲੋਂ ਕਹਿੰਦਾ ਸਭ ਕੁਝ ਮੇਰੇ ਕੋਲ ਹੀ ਇੱਥੇ ਰੱਖ ਜਾ, ਤੂੰ ਆਪ ਸਾਧ ਬਣ ਜਾ ਤੇ ਮੈਨੂੰ ਅਮੀਰ ਆਦਮੀ ਬਣਾ ਦੇ। ਕਲਯੁਗ ਦੇ ਵਿੱਚ ਜਿੰਨੇ ਸਾਧ ਨੇ ਆਪਣੇ ਆਪ ਨੂੰ ਗੁਰੂ ਖਵਾਉਣ ਵਾਲੇ, ਬਣਾਉਣ ਵਾਲੇ, ਇਹਨਾਂ ਦੇ ਅੰਦਰ ਕੋਈ ਸਤ ਨਹੀਂ ਹੈ, ਨਾ ਕੋਈ ਸੰਤੋਖ ਹੈ, ਨਾ ਹੀ ਇਹ ਕਿਸੇ ਮਾੜੇ ਕਰਮ ਤੋਂ ਬਚੇ ਹੋਏ। ਪਤਾ ਨਹੀਂ ਕਿੰਨੇ ਕਿੰਨੇ ਕੇਸ ਚੱਲਦੇ ਪਏ ਇਹਨਾਂ ਦੇ ਉੱਪਰ ਵਕਾਰਾਂ ਦੇ, ਕਿ ਕਈਆਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਈਆਂ, ਕੁਕਰਮ ਇਹਨਾਂ ਨੇ ਕਰ ਲਿਆ। ਇਹ ਪਖੰਡੀ ਗੁਰੂ ਨੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ ਕਿਹਾ ਸਿੱਖਾ ਜੇ ਤੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਰਵੇਗਾ ਨਾ, ਤੈਨੂੰ ਕੋਈ ਪਖੰਡੀ ਗੁਰੂ ਠੱਗ ਹੀ ਨਹੀਂ ਸਕੇਗਾ। ਅਸੀਂ ਠੱਗੇ ਉਦੋਂ ਜਾਂਦੇ ਹਾਂ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਤੋਂ ਪਰੇ ਹੋ ਜਾਂਦੇ ਹਾਂ। ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ। ਗੁਰਬਾਣੀ ਦਾ ਮਹਾਵਾਕ ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ ਅਸਲ ਵਿੱਚ ਉਹਨੂੰ ਕਿਹਾ ਹੈ ਜਿਹਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ। ਜਿਹਨੂੰ ਆਪ ਹੀ ਨਹੀਂ ਪਤਾ ਵੀ ਪ੍ਰਮਾਤਮਾ ਕੌਣ ਹੈ ਤੇ ਕਿਵੇਂ ਪ੍ਰਾਪਤ ਕਰੀਦਾ ਹੈ, ਉਹ ਦੂਜੇ ਨੂੰ ਕੀ ਬਖਸ਼ਿਸ਼ ਕਰੇਗਾ। ਇਸ ਕਰਕੇ ਪਖੰਡੀਆਂ ਦੇ ਕੋਲੋਂ ਮੁਕਤੀ ਨਹੀਂ ਹੈ, ਪੂਰਾ ਗੁਰੂ ਹੀ ਮੁਕਤੀ ਦੀ ਦਾਤ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ। ਕਹਿਣ ਲੱਗੇ ਸਤ ਸੰਤੋਖੀ ਸਤਿਗੁਰ ਪੂਰਾ। ਪੂਰਾ ਗੁਰੂ ਸਤ ਸੰਤੋਖ ਵਾਲਾ ਹੈ। ਗੁਰ ਕਾ ਸ਼ਬਦ ਮੰਨੇ ਸੋ ਸੂਰਾ। ਜਿਹੜਾ ਐਸੇ ਗੁਰੂ ਦਾ ਸ਼ਬਦ ਮੰਨਦਾ ਹੈ, ਸ਼ਬਦ ਤੋਂ ਭਾਵ ਹੈ ਗੁਰਮੁਖੋ ਉਪਦੇਸ਼, ਜਾਂ ਆਪਾਂ ਕਹਿ ਲਈਏ ਕਹਿਣਾ, ਜਾਂ ਆਪਾਂ ਕਹਿ ਲਈਏ ਹੁਕਮ ਸਮਝਣ ਵਾਸਤੇ, ਜਿਹੜਾ ਪੂਰੇ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਸੋ ਸੂਰਾ। ਅਸਲ ਵਿੱਚ ਉਹ ਹੈ ਸੂਰਬੀਰ, ਸੂਰਮਾ, ਵਕਾਰਾਂ ਨਾਲ ਲੜਨ ਵਾਲਾ, ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ। ਆਪਾਂ ਆਖਦੇ ਨਾ ਵਕਾਰ ਬੜੇ ਤਗੜੇ ਸਾਨੂੰ ਢਾਹ ਲੈਂਦੇ ਛੇਤੀ,
ਸਾਡਾ ਜ਼ੋਰ ਨਹੀਂ ਚੱਲਦਾ ਵਿਕਾਰਾਂ ਦੇ ਅੱਗੇ। ਉਹਦਾ ਕਾਰਨ ਇਹ ਹੈ ਕਿ ਗੁਰਮੁਖੋ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ਪਏ। ਜਿਸ ਦਿਨ ਅਸੀਂ ਹੁਕਮ ਮੰਨ ਲਿਆ ਨਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਜਿਸ ਦਿਨ ਗੁਰੂ ਦਾ ਹੁਕਮ ਮੰਨ ਲਿਆ, ਉਸ ਦਿਨ ਇਹ ਵਿਕਾਰਾਂ ਨਾਲ ਲੜਨ ਦੀ ਸਮਰੱਥਾ ਆਪਣੇ ਆਪ ਹੀ ਆ ਜਾਣੀ ਹੈ, ਤਾਕਤ। ਫਿਰ ਅਸੀਂ ਇਹਨਾਂ ਵਿਕਾਰਾਂ ਨੂੰ ਢਾਹ ਲਵਾਂਗੇ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਮੰਨੇ, ਜਿਹੜੇ ਗੁਰੂ ਦਾ ਹੁਕਮ ਮੰਨਦੇ, ਹੁਕਮ ਦੇ ਵਿੱਚ ਰਹਿੰਦੇ, ਕਦੇ ਬਾਹਰ ਨਹੀਂ ਜਾਂਦੇ, ਸੋ ਸੂਰਾ, ਉਹ ਫਿਰ ਸੂਰਬੀਰ ਨੇ। ਉਹ ਫਿਰ ਕਾਮ ਨਾਲ ਵੀ ਲੜ ਪੈਂਦੇ, ਕ੍ਰੋਧ ਨਾਲ ਵੀ ਲੜ ਪੈਂਦੇ, ਲੋਭ ਮੋਹ ਤੇ ਹੰਕਾਰ ਨੂੰ ਵੀ ਪਰੇ ਕਰ ਦਿੰਦੇ, ਇਹਨਾਂ ਦੇ ਵਿੱਚ ਨਹੀਂ ਪੈਂਦੇ ਹਨ। ਸਾਚੀ ਦਰਗਹ ਸਾਚ ਨਿਵਾਸਾ, ਮਾਨੈ ਹੁਕਮ ਰਜਾਈ ਸਤਿਗੁਰੂ ਹੈ। ਪਾਤਸ਼ਾਹ ਕਹਿਣ ਲੱਗੇ ਰਜਾਈ ਨਾਮ ਹੈ ਰਜਾ ਕਰਨ ਵਾਲਾ, ਹੁਕਮ ਕਰਨ ਵਾਲਾ ਪ੍ਰਮਾਤਮਾ। ਜਿਹੜੇ ਉਸ ਪ੍ਰਮਾਤਮਾ ਦੀ ਰਜਾ ਨੂੰ ਮੰਨਦੇ ਨਾ, ਹੁਕਮ ਨੂੰ ਮੰਨਦੇ, ਉਹਨਾਂ ਫਿਰ ਮਹਾਂਪੁਰਖਾਂ ਦਾ ਸੱਚੀ ਦਰਗਾਹ ਵਿੱਚ ਨਿਵਾਸ ਹੁੰਦਾ ਹੈ। ਸੱਚੀ ਦਰਗਾਹ ਆਪਾਂ ਕਹਿ ਦਈਏ ਸੱਚਖੰਡ ਵਸੈ ਨਿਰੰਕਾਰ, ਇਹ ਸੱਚੀ ਦਰਗਾਹ ਹੈ। ਸੋ ਜਿਹੜੇ ਉਸ ਦੀ ਰਜਾ ਵਿੱਚ ਰਹਿੰਦੇ ਨਾ, ਉਸ ਦੀ ਆਗਿਆ ਵਿੱਚ, ਅਕਾਲ ਪੁਰਖ ਦੇ, ਉਹ ਫਿਰ ਸੱਚੀ ਦਰਗਾਹ ਦੇ ਵਿੱਚ ਕਹਿ ਲਈਏ ਨਿਵਾਸ ਪਾ ਲੈਂਦੇ। ਸੱਚੀ ਦਰਗਾਹ ਸੱਚਖੰਡ ਦੀ ਪ੍ਰਾਪਤੀ ਵਾਲੇ ਹੁੰਦੇ ਹਨ। ਸਤਿਯੁਗ ਸਾਚ ਕਹੈ ਸਭ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਸਤਿਯੁਗ ਦੇ ਵਿੱਚ ਹਰੇਕ ਬੰਦਾ ਸੱਚ ਕਹਿੰਦਾ ਹੈ। ਸਤਿਯੁਗ ਦੇ ਵਿੱਚ ਧਰਮ ਦੇ 4 ਪੈਰ ਨੇ, ਇੱਕ ਹੈ ਸਤ, ਸੰਤੋਖ, ਇਸੇ ਤਰ੍ਹਾਂ ਦਾਨ, ਅਤੇ ਇਹ ਉਹਦੇ ਪੈਰ ਸਨ ਸਤਿਯੁਗ ਦੇ। ਪਰ ਪਾਤਸ਼ਾਹ ਕਹਿਣ ਲੱਗੇ ਸਤਿਯੁਗ ਸਾਚ ਕਹੈ ਸਭ ਕੋਈ। ਸਤਿਯੁਗ ਦੇ ਵਿੱਚ ਹਰੇਕ ਬੰਦਾ ਆਪਣੇ ਮੁਖੋਂ ਸੱਚ ਬੋਲਦਾ, ਇਹ ਧਰਮ ਦਾ ਪੈਰ ਹੈ। ਸੱਚ ਬੋਲਣਾ ਇੱਕ ਧਰਮ ਦਾ ਪੈਰ ਹੈ। ਜੇ ਪੈਰ ਨਹੀਂ ਹੋਣਗੇ ਤੇ ਖਲੋਵਾਂਗੇ ਕਿਵੇਂ? ਕਲਯੁਗ ਦੇ ਲੋਕ ਝੂਠ ਬੋਲਦੇ, ਧਰਮ ਦਾ ਪੈਰ ਹੀ ਇੱਕ ਵਿਚਾਰੇ ਦਾ ਕੱਟਿਆ ਗਿਆ ਹੈ, ਧਰਮ ਕਿਵੇਂ ਖੜੇ? ਸਤਿਯੁਗ ਦੇ ਵਿੱਚ ਸੱਚ ਬੋਲਣਾ ਇਹ ਇੱਕ ਧਰਮ ਦਾ ਪੈਰ ਹੈ। ਦੂਜਾ ਜਿਹੜਾ ਹੈ ਦਾਨ ਕਰਨਾ, ਅਤੇ ਇਸੇ ਤਰ੍ਹਾਂ ਤੀਜਾ ਹੈ ਤਪ ਕਰਨਾ, ਤੇ ਫਿਰ ਹੈ ਜਗ ਕਰਨਾ। ਇਹ 4 ਪੈਰ ਮੰਨੇ ਵਿਦਵਾਨਾਂ ਨੇ। ਪਹਿਲਾ ਪੈਰ ਸਤ, ਦੂਜਾ ਹੈ ਤਪ, ਤੀਜਾ ਹੈ ਜਗ, ਤੇ ਚੌਥਾ ਹੈ ਦਾਨ। 4 ਪੈਰਾਂ ਤੇ ਖਲੋਤਾ ਹੋਇਆ ਧਰਮ ਸਤਿਯੁਗ ਦੇ ਵਿੱਚ ਪੂਰੇ ਐ ਮਜ਼ਬੂਤੀ ਦੇ ਨਾਲ। ਤੇ ਪਾਤਸ਼ਾਹ ਕਹਿਣ ਲੱਗੇ ਸਤਿਯੁਗ ਸਾਚ ਕਹੈ ਸਭ ਕੋਈ। ਸਤਿਯੁਗ ਦੇ ਵਿੱਚ ਹਰੇਕ ਬੰਦਾ ਸੱਚ ਹੀ ਮੁਖੋਂ ਬੋਲਦਾ ਹੈ। ਸੱਚ ਵਰਤੈ ਸਾਚਾ ਸੋਈ। ਅਤੇ ਸੱਚ ਵਰਤੈ, ਸੱਚਾ ਅਕਾਲ ਪੁਰਖ ਹੀ ਸਾਰੇ ਜੀਵਾਂ ਵਿੱਚ ਵਰਤਦਾ ਹੈ, ਕਿਉਂਕਿ ਸਾਰੇ ਸੱਚ ਬੋਲਦੇ ਹਨ। ਮਨਮੁਖ ਸਾਚ ਭਰਮ ਭਉ ਭੰਜਨ। ਉਹਨਾਂ ਦੇ ਮਨ ਵਿੱਚ ਵੀ ਸੱਚ ਹੈ ਤੇ ਮੁਖ ਵਿੱਚ ਵੀ ਸੱਚ ਹੈ। ਸਤਿਯੁਗ ਦੇ ਵਿੱਚ ਨਾ, ਹੁਣ ਕਲਯੁਗ ਦਾ ਸਮਾਂ ਨਾ, ਮਹਾਰਾਜ ਕਹਿਣ ਲੱਗੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਕਲਯੁਗ ਵਿੱਚ ਕੀ ਹੈ, ਸਾਡੇ ਮਨ ਵਿੱਚ ਕੁਝ ਹੁੰਦਾ, ਜ਼ੁਬਾਨ ਤੇ ਕੁਝ ਹੋਰ ਹੁੰਦਾ, ਤਾਂ ਹੀ ਕੱਚੇ ਆਖਿਆ ਨਾ। ਜੇ ਮਨ ਵਿੱਚ ਸੱਚ ਹੈ ਤੇ ਜ਼ੁਬਾਨ ਤੋਂ ਅਸੀਂ ਝੂਠ ਬੋਲਾਂਗੇ ਦੂਜੇ ਦੀ ਖੁਸ਼ਾਮਦ ਕਰਨ ਵਾਸਤੇ, ਵੀ ਜੇ ਸੱਚਾ ਬਚਨ ਕਹਿ ਦਿੱਤਾ ਇਹਨੇ ਨਾਰਾਜ਼ ਹੋ ਜਾਣਾ, ਤੇ ਉਹ ਫਿਰ ਬਚਨ ਦੁਬਦਾ ਵਾਲਾ ਹੋ ਗਿਆ ਨਾ। ਅੰਦਰ ਤੇ ਸੱਚ ਹੈ ਵੀ ਇਹ ਬੰਦਾ ਇਸ ਤਰ੍ਹਾਂ ਦਾ ਹੈ, ਬਾਹਰੋਂ ਝੂਠ ਹੀ ਬੋਲ ਕੇ ਝੂਠੀ ਖੁਸ਼ਾਮਦ। ਮਹਾਰਾਜ ਕਹਿਣ ਲੱਗੇ ਜਿਨ ਮਨ ਹੋਰ ਮੁਖ ਹੋਰ। ਕਈ ਵਾਰੀ ਕੀ ਹੁੰਦਾ ਕਿ ਸਾਡੇ ਮਨ ਦੇ ਵਿੱਚ ਝੂਠ ਹੁੰਦਾ ਹੈ ਤੇ ਜ਼ੁਬਾਨੋਂ ਅਸੀਂ ਸੱਚ ਬੋਲਦੇ ਪਏ, ਉਹ ਵੀ ਫਿਰ ਦੁਬਦਾ ਵਾਲਾ ਬਚਨ ਹੈ। ਸੋ ਮਹਾਰਾਜ ਕਹਿਣ ਲੱਗੇ ਵੀ ਕਲਯੁਗ ਦੇ ਵਿੱਚ ਤੇ ਭਾਈ ਦੁਨੀਆ ਦੇ ਲੋਕ ਐਸੇ ਨੇ, ਮਨ ਵਿੱਚ ਕੁਝ ਹੈ ਤੇ ਮੂੰਹ ਤੇ ਕੁਝ ਹੈ। ਮੂੰਹ ਮੀਆਂ ਮਿੱਠੂ ਬਣੇ ਹੋਏ, ਅੰਦਰੋਂ ਛੁਰੀ ਹੈ ਵੀ ਬਸ ਵੱਢ ਕੱਟ ਹੀ ਦਈਏ ਛੇਤੀ ਦੇ ਨਾਲ, ਬਚੇ ਹੀ ਕੋਈ ਨਾ। ਇਹ ਕਲਯੁਗ ਦਾ ਸੁਭਾਅ ਬਣ ਗਿਆ ਹੈ। ਪਰ ਸਤਿਯੁਗ ਦੇ ਵਿੱਚ ਮਨ ਮੁਖ ਸਾਚ, ਮਨ ਵਿੱਚ ਵੀ ਸੱਚ ਹੈ ਵਾਹਿਗੁਰੂ, ਤੇ ਉਹਨਾਂ ਦੇ ਮੁਖ ਵਿੱਚ ਵੀ ਸੱਚ ਹੈ ਰੱਬ ਦਾ ਨਾਮ। ਇਸ ਤਰ੍ਹਾਂ ਭਰਮ ਭਉ ਭੰਜਨ, ਉਹਨਾਂ ਨੇ ਭਰਮ ਖਤਮ ਕਰ ਦਿੱਤਾ ਹੈ, ਡਰ ਨੂੰ ਵੀ ਉਹਨਾਂ ਗੁਰਮੁਖਾਂ ਨੇ ਭੰਨ ਦਿੱਤਾ ਹੈ। ਗੁਰਮੁਖ ਸਾਚ ਸਿਖਾਈ ਹੈ। ਗੁਰਮੁਖਾਂ ਨੂੰ ਇਹ ਸੱਚੀ ਸਿੱਖਿਆ ਜਿਹੜੀ ਹੈ ਨਾ, ਉਹ ਗੁਰਮੁਖਾਂ ਨੇ ਸਿਖਾਈ। ਮੁਖੀ ਗੁਰਾਂ ਦੇ ਕੋਲੋਂ ਇਹ ਬਚਨ ਪਤਾ ਲੱਗ ਗਿਆ, ਮੂੰਹੋਂ ਵੀ ਸੱਚ ਬੋਲਣਾ ਹੈ, ਮਨ ਵਿੱਚ ਵੀ ਸੱਚ ਹੀ ਰੱਖਣਾ ਹੈ। ਮੂੰਹੋਂ ਵੀ ਰੱਬ ਦਾ ਨਾਮ ਲੈਣਾ ਹੈ, ਮਨ ਵਿੱਚੋਂ ਵੀ ਰੱਬ ਦਾ ਨਾਮ ਲੈਣਾ। ਇਸ ਤਰ੍ਹਾਂ ਇਹ ਸਤਿਯੁਗ ਦੀ ਮਰਿਆਦਾ ਹੈ, ਤਾਂ ਉਹ ਲੋਕ ਸਫਲੇ ਹੁੰਦੇ, ਮੁਕਤ ਹੋ ਜਾਂਦੇ। ਤੇ ਗੁਰਮੁਖੋ ਕਲਯੁਗ ਦਾ ਉਹ ਤੋਂ ਉਲਟ ਵਰਤਾਰਾ ਆਪਾਂ ਅੱਗੇ ਜਾ ਕੇ ਸਰਵਨ ਕਰਾਂਗੇ। ਮਹਾਰਾਜ ਕਲਯੁਗ ਦਾ ਵਰਤਾਰਾ ਵੀ ਆਪਾਂ ਨੂੰ ਦੱਸਣਗੇ ਵੀ ਕਿਵੇਂ ਦਾ ਹੈ। ਇਸ ਤਰ੍ਹਾਂ ਫਿਰ ਮਹਾਰਾਜ ਨੇ ਇਹ 4 ਪੈਰ ਸਤ, ਤਪ, ਜਗ ਤੇ ਦਾਨ, ਇਹ 4 ਪੈਰਾਂ ਦੇ ਆਸਰੇ ਸਤਿਯੁਗ ਖਲੋਤਾ ਹੋਇਆ ਹੈ। ਤ੍ਰੇਤਾ ਧਰਮ ਕਲਾ ਇੱਕ ਚੂਕੀ। ਗੁਰਮੁਖੋ ਉਸ ਤੋਂ ਬਾਅਦ ਵੀ ਤ੍ਰੇਤਾ ਯੁੱਗ ਆ ਗਿਆ। ਜਿਵੇਂ ਆਪਾਂ ਬਚਨ ਸਰਵਣ ਕੀਤਾ, ਬਰਮਾ ਜੀ ਨੇ ਪੁੱਛਿਆ ਸੀ ਨਾ ਤ੍ਰੇਤੇ ਯੁੱਗ ਤੂੰ ਕੀ ਕਰੇਂਗਾ?
ਕਹਿਣ ਲੱਗਾ ਜੀ ਮੈਂ 10,000 ਸਾਲ ਦੀ ਉਮਰਾਂ ਦੇਵਾਂਗਾ ਅਤੇ ਉਹਦੇ ਨਾਲ ਸੋ ਮੇਰੇ ਯੁੱਗ ਦੇ ਅੰਦਰ ਮੈਂ ਤਪ ਦਾ ਫਲ ਬਖਸ਼ਿਸ਼ ਕਰਾਂਗਾ। ਜੇ ਕੋਈ ਵਿਅਕਤੀ ਤਪ ਕਰੇਗਾ ਨਾ ਉਹਦਾ ਫਲ ਉਹਨੂੰ ਮਿਲੇਗਾ। ਤਪ ਦਾ ਫਲ ਮੇਰੇ ਯੁੱਗ ਵਿੱਚ ਹੋਵੇਗਾ। 10,000 ਸਾਲ ਦੀ ਉਮਰ ਹੋਵੇਗੀ। ਇੱਕ ਵਾਰੀ ਕੋਈ ਚੰਗਾ ਕੰਮ ਕਰੇਗਾ ਉਹਦਾ 21 ਵਾਰੀ ਫਲ ਮੈਂ ਦੇਵਾਂਗਾ। ਜੇ ਕੋਈ ਪੁੰਨ ਦਾਨ ਭਜਨ ਕਰੇਗਾ ਉਹਦਾ ਮੈਂ 21 ਵਾਰੀ ਫਲ ਦੇਵਾਂਗਾ। ਪਰ ਮਹਾਰਾਜ ਫਰਮਾਉਂਦੇ ਹਨ ਤ੍ਰੇਤੇ ਧਰਮ ਕਲਾ ਇੱਕ ਚੂਕੀ। ਪਰ ਤ੍ਰੇਤੇ ਯੁੱਗ ਦੇ ਵਿੱਚ ਧਰਮ ਦੀ ਇੱਕ ਕਲਾ, ਇੱਕ ਪੈਰ, ਇੱਕ ਸ਼ਕਤੀ ਖਤਮ ਹੋ ਗਈ। ਕਿਹੜੀ ਖਤਮ ਹੋ ਗਈ ਹੈ? ਜਿਹੜਾ ਸਭ ਤੋਂ ਪਹਿਲਾਂ ਬਚਨ ਆਪਾਂ ਸਰਵਣ ਕੀਤਾ ਸੀ, ਸੱਚ ਬੋਲਣਾ ਤ੍ਰੇਤੇ ਯੁੱਗ ਦੇ ਵਿੱਚ ਖਤਮ ਹੋ ਗਿਆ। ਇਹ ਨਹੀਂ ਰਿਹਾ ਹੈ। ਇਹ ਝੂਠਾ ਬਚਨ ਉਸ ਵੇਲੇ ਲੋਕਾਂ ਨੇ ਮੰਨ ਲਿਆ। ਜਿਵੇਂ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕਰਦੇ ਹਾਂ ਕਿ ਰਾਵਣ ਜਿਹੜਾ ਹੈ ਉਹ ਇੱਕ ਸਾਧੂ ਬਣ ਕੇ ਚਲਾ ਗਿਆ, ਜਾ ਕੇ ਡਮਰੂ ਵਜਾਇਆ। ਉਸ ਵੇਲੇ ਸੀਤਾ ਦੇ ਦਰ ਤੇ ਵੀ ਮੈਂ ਇੱਕ ਮੰਗਤਾ ਹਾਂ, ਮੈਨੂੰ ਖੈਰ ਪਾਈ ਜਾਵੇ। ਸੀਤਾ ਨੇ ਪੁੱਛਿਆ ਤੂੰ ਕੌਣ ਹੈ? ਉਹਨੇ ਫਿਰ ਸੱਚ ਥੋੜ੍ਹੀ ਬੋਲਿਆ ਕਿ ਮੈਂ ਰਾਵਣ ਹਾਂ ਜਾਂ ਮੈਂ ਤੈਨੂੰ ਚੁੱਕਣ ਵਾਸਤੇ ਆਇਆ। ਉਹਨੇ ਝੂਠ ਹੀ ਬਚਨ ਬੋਲਿਆ ਨਾ। ਕਹਿਣ ਲੱਗਾ ਮੈਂ ਤੇ ਸਾਧੂ ਹਾਂ, ਭਿੱਖਿਆ ਲੈਣ ਵਾਸਤੇ ਆਇਆ। ਮਹਾਰਾਜ ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ ਸੱਚ ਉੱਡ ਗਿਆ। ਰਾਵਣ ਦੀ ਸਾਖੀ ਆਪਣੇ ਸਾਹਮਣੇ ਆ ਵੀ ਵਾਕਿਆ ਹੀ ਰਾਵਣ ਵੀ ਤ੍ਰੇਤੇ ਯੁੱਗ ਵਿੱਚ ਹੀ ਹੋਇਆ। ਤ੍ਰੇਤਾ ਧਰਮ ਕਲਾ ਇੱਕ ਚੂਕੀ। ਤ੍ਰੇਤੇ ਯੁੱਗ ਦੇ ਵਿੱਚ ਧਰਮ ਦੀ ਇੱਕ ਸ਼ਕਤੀ ਖਤਮ ਹੋ ਗਈ। ਉਹ ਕਿਹੜੀ ਹੈ? ਸੱਚ ਬੋਲਣ ਦੀ। ਤ੍ਰੇਤੇ ਯੁੱਗ ਦੇ ਵਿੱਚ ਲੋਕਾਂ ਨੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਇਹ ਧਰਮ ਦਾ ਇੱਕ ਪੈਰ ਕੱਟਿਆ ਗਿਆ। ਧਰਮ ਹੁਣ 3 ਪੈਰਾਂ ਤੇ ਰਹਿ ਗਿਆ। ਲੰਗੜਾ ਹੀ ਹੋ ਗਿਆ ਆਪਾਂ ਸਮਝ ਲਈਏ। ਹੁਣ ਮੰਨ ਲਓ ਜਾਨਵਰ ਦੀਆਂ 4 ਲੱਤਾਂ ਹੁੰਦੀਆਂ ਹਨ, ਇੱਕ ਲੱਤ ਟੁੱਟ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਵਿਚਾਰਾ ਲੰਗੜਾ ਕੇ ਤੁਰਦਾ ਹੌਲੀ ਹੌਲੀ। ਧਰਮ ਦੀ ਵੀ ਐਸੀ ਹਾਲਤ ਬਣ ਗਈ, ਇੱਕ ਪੈਰ ਸੱਚ ਬੋਲਣ ਵਾਲਾ ਇਹ ਦੁਨੀਆ ਵਿੱਚੋਂ ਖਤਮ ਹੋ ਗਿਆ ਹੈ। 3 ਚਰਨ ਇੱਕ ਦੁਬਦਾ ਸੂਕੀ। ਤੇ ਗੁਰਮੁਖੋ 3 ਚਰਨ ਰਹਿ ਗਏ ਧਰਮ ਦੇ। 3 ਕਿਹੜੇ ਨੇ? ਇੱਕ ਹੈ ਤਪ, ਇੱਕ ਦੂਜਾ ਹੈ ਜਗ ਤੇ ਤੀਜਾ ਹੈ ਦਾਨ। ਇਹ 3 ਪੈਰਾਂ ਦੇ ਉੱਪਰ ਤ੍ਰੇਤਾ ਯੁੱਗ ਖਲੋਤਾ ਹੈ, ਜਾਂ ਆਪਾਂ ਕਹਿ ਲਈਏ ਧਰਮ ਖਲੋਤਾ ਹੈ। ਇਹ 3 ਪੈਰਾਂ ਦੇ ਉੱਪਰ ਧਰਮ ਉਸ ਵੇਲੇ ਖਲੋਤਾ। ਇੱਕ ਦੁਬਦਾ ਸੂਕੀ, ਦੁਬਦਾ ਦੀ ਸੁੱਕੀ ਸੁੱਕਣੇ ਕਰਕੇ ਧਰਮ ਦੇ 3 ਪੈਰ ਰਹਿ ਗਏ। ਤਪ ਰਹਿ ਗਿਆ, ਜਗ ਰਹਿ ਗਿਆ, ਦਾਨ ਰਹਿ ਗਿਆ, ਪਰ ਸੱਚ ਬੋਲਣਾ ਖਤਮ ਹੋ ਗਿਆ। ਇਹ ਤ੍ਰੇਤੇ ਯੁੱਗ ਦੇ ਵਿੱਚ ਵੱਡਾ ਭਾਰੀ ਘਾਟਾ ਜੀਵਾਂ ਨੂੰ ਪੈ ਗਿਆ ਹੈ। ਗੁਰਮੁਖ ਹੋਵੇ ਸੋ ਸਾਚ ਵਖਾਣਾ। ਮਹਾਰਾਜ ਕਹਿਣ ਲੱਗੇ ਭਾਈ ਤ੍ਰੇਤੇ ਵਿੱਚ ਸਾਰੇ ਨਹੀਂ ਸਨ ਸੱਚ ਬੋਲਦੇ। ਜਿਹੜੇ ਗੁਰਮੁਖ ਸਨ, ਰੱਬ ਦੀ ਭੌ ਰੱਖਣ ਵਾਲੇ, ਬੰਦਗੀ ਕਰਨ ਵਾਲੇ, ਰੱਬ ਦਾ ਡਰ ਰੱਖਣ ਵਾਲੇ, ਉਹ ਸੱਚ ਬੋਲਦੇ ਸਨ। ਸਾਰੇ ਨਹੀਂ ਸਨ ਸੱਚ ਬੋਲਦੇ, ਔਰ ਸਾਰੇ ਝੂਠ ਨਹੀਂ ਸਨ ਬੋਲਦੇ। ਹੈਨ ਸਨ ਦੁਨੀਆ ਵਿੱਚ ਬਹੁਤੇ ਉਹ ਸੱਚ ਬੋਲਣ ਵਾਲੇ ਵੀ। ਇਸ ਤਰ੍ਹਾਂ ਦੇ ਲੋਕ ਵੀ ਸਨ। ਗੁਰਮੁਖ ਹੋਵੇ ਸੋ ਸੱਚ ਵਖਾਣੇ। ਜਿਹੜੇ ਗੁਰਮੁਖ ਹੁੰਦੇ ਸਨ ਉਹ ਸੱਚਾ ਬਚਨ ਤ੍ਰੇਤੇ ਯੁੱਗ ਦੇ ਵਿੱਚ ਆਖਿਆ ਕਰਦੇ ਸਨ। ਮਨਮੁਖ ਪਚੈ ਅਵਾਈ ਹੈ। ਪਰ ਮਨਮੁਖ ਤ੍ਰੇਤੇ ਯੁੱਗ ਵਿੱਚ ਵੀ ਹੋਏ। ਉਹ ਐਵੇਂ ਅਵਾਈਆਂ, ਜਿਹਨੂੰ ਆਪਾਂ ਕਹਿੰਦੇ ਆ ਵੀ ਐਵੇਂ ਇੱਧਰ ਉੱਧਰ ਦੀਆਂ ਫਜ਼ੂਲ ਗੱਲਾਂ, ਤੇ ਜਾਂ ਆਪਾਂ ਇਸ ਤਰ੍ਹਾਂ ਕਹਿ ਲਏ ਅਵਾਈ ਤੋਂ ਭਾਵ ਹੁੰਦਾ ਅਵੈਡ ਤਾਈਆਂ ਕਰਨੀਆਂ। ਐਵੇਂ ਜੇਦੀ ਕਰੀ ਜਾਣੀ, ਹਾਠੀ ਕਰੀ ਜਾਣਾ ਵੀ ਨਹੀਂ ਮੈਂ ਤੇ ਆਹ ਪੰਗਾ ਲੈ ਕੇ ਹੀ ਹਟਾਂਗਾ, ਮੈਂ ਤੇ ਹਟ ਹੀ ਨਹੀਂ ਸਕਦਾ, ਜਾਂ ਐਵੇਂ ਹੁਜਤਾਂ ਕਰੀ ਜਾਣੀਆਂ। ਇਹ ਤ੍ਰੇਤੇ ਯੁੱਗ ਦੇ ਵਿੱਚ ਇਹੋ ਜਿਹੇ ਲੋਕ ਜੰਮ ਪਏ ਸਨ ਉਸ ਵੇਲੇ, ਅਵੈਡ ਤਾਈਆਂ ਕਰਨ ਵਾਲੇ, ਟੇਢੀਆਂ ਗੱਲਾਂ ਕਰਨ ਵਾਲੇ। ਗੁਰਮੁਖ ਹੋਵੇ ਸੋ ਸਾਚ ਵਖਾਣੈ। ਕੁਝ ਗੁਰਮੁਖ ਸਨ ਜਿਹੜੇ ਸੱਚ ਬੋਲਦੇ ਸਨ ਅਤੇ ਤਪ ਕਰਦੇ ਸਨ। ਕਈ ਸਾਲ ਬੈਠੇ ਜੰਗਲਾਂ ਵਿੱਚ ਤਪ ਕਰਦੇ ਰਹਿਣਾ। ਇਹ ਤ੍ਰੇਤੇ ਯੁੱਗ ਦਾ ਆਪਾਂ ਕਹਿ ਲਈਏ ਮਰਿਆਦਾ ਹੈ। ਅਤੇ ਮਨਮੁਖ ਪਚੇ ਅਵਾਈ ਹੈ। ਮਨਮੁਖ ਜਿਹੜੇ ਸਨ ਅਵਾਈਆਂ, ਅਵੈਡ ਤਾਈਆਂ ਕਰਦੇ, ਭੱਜ ਕੇ ਮਰ ਕੇ ਦੁਨੀਆ ਤੋਂ ਖਰਾਬ ਹੁੰਦੇ ਤੁਰੇ ਗਏ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਦਵੈਤ ਵਿੱਚ ਪੈ ਗਿਆ, ਈਰਖਾ ਵਿੱਚ ਪੈ ਗਿਆ ਤ੍ਰੇਤੇ ਯੁੱਗ ਦੇ ਜਿਹੜੇ ਲੋਕ ਹਨ। ਮਨਮੁਖ ਕਦੇ ਨਾ ਦਰਗਾਹ ਸੀਜੈ। ਗੁਰਮੁਖੋ ਜਿਹੜਾ ਬੰਦਾ ਮਨਮੁਖ ਹੋਵੇ ਨਾ, ਭਾਵੇਂ ਉਹ ਤ੍ਰੇਤੇ ਯੁੱਗ ਵਿੱਚ ਹੋਵੇ ਤੇ ਭਾਵੇਂ ਕਲ ਯੁੱਗ ਵਿੱਚ ਹੋਵੇ, ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਬਚਨ ਚੇਤੇ ਰੱਖ ਲਓ, ਉਹ ਦਰਗਾਹ ਵਿੱਚ ਕਦੇ ਉਹਦੀ ਕਲਿਆਣ ਨਹੀਂ ਹੁੰਦੀ ਹੈ। ਮਨਮੁਖ ਬੰਦੇ ਦੀ ਕਦੇ ਕਲਿਆਣ ਨਹੀਂ ਹੁੰਦੀ। ਕਲਿਆਣ ਗੁਰਮੁਖ ਦੀ ਹੋਣੀ ਹੈ, ਭਾਵੇਂ ਉਹ ਸਤਿਯੁਗ ਦਾ ਸਮਾਂ ਹੋਵੇ, ਭਾਵੇਂ ਉਹ ਕਲਯੁਗ ਦਾ ਸਮਾਂ ਹੋਵੇ। ਕਲਿਆਣ ਉਹਦੀ ਹੈ ਜਿਹੜਾ ਗੁਰਮੁਖ ਬਣਿਆ, ਜਿਹੜਾ ਉਪਦੇਸ਼ ਮੰਨ ਕੇ ਚੱਲਦਾ ਪਿਆ। ਜਿਹਨੇ ਉਪਦੇਸ਼ ਨਹੀਂ ਨਾ ਮੰਨਿਆ ਉਹ ਭਾਈ ਉਹਦੀ ਕਲਿਆਣ ਨਹੀਂ ਹੈ, ਭਾਵੇਂ ਉਹ ਤ੍ਰੇਤਾ ਯੁੱਗ ਵੀ ਕਿਉਂ ਨਾ ਹੋਵੇ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇਸਾਂ ਦਸੰਤਰਾਂ ਦਾ ਰਟਨ ਕਰਦੇ ਜਦੋਂ ਭਗਵਾਨ ਕ੍ਰਿਸ਼ਨ ਜੀਆਂ ਦੀ ਧਰਤੀ ਵਾਲੇ ਪਾਸੇ ਪਹੁੰਚੇ ਨਾ,
ਤੇ ਕੁਝ ਲੋਕ ਉੱਥੇ ਰਾਸ ਪਾਉਂਦੇ ਪਏ, ਰਾਸ ਲੀਲਾ ਕਰਦੇ ਪਏ। ਆਪਣੇ ਵੀ ਆ ਨਿਕਲਦੀਆਂ ਨਾ ਸ਼ੋਭਾ ਯਾਤਰਾ, ਕੋਈ ਕ੍ਰਿਸ਼ਨ ਬਣਿਆ ਹੋਇਆ, ਕੋਈ ਬਲਭੱਦਰ ਬਣਿਆ ਹੋਇਆ, ਇਸੇ ਤਰ੍ਹਾਂ ਕੋਈ ਰਾਧਿਕਾ ਗੋਪੀ ਬਣਿਆ ਹੋਇਆ, ਉਹ ਬਣਾ ਕੇ ਝਲਕੀਆਂ ਵਿਖਾਉਂਦੇ ਅਤੇ ਉਸੇ ਤਰ੍ਹਾਂ ਦੇ ਕੱਪੜੇ ਪਾ ਲੈਂਦੇ, ਉਸ ਤਰ੍ਹਾਂ ਬਾਂਸਰੀ ਵਗੈਰਾ ਵਜਾ ਕੇ ਡੀਜੇ ਵਗੈਰਾ ਲਾ ਕੇ ਵਿਖਾਉਂਦੇ। ਚਲੋ ਅੱਜ ਤੇ ਮੰਨ ਲਓ ਵੀ ਆਧੁਨਿਕ ਯੁੱਗ ਬਣ ਗਿਆ ਹੈ, ਸਾਰੀਆਂ ਅੱਜ ਕੱਲ੍ਹ ਇਹੋ ਜਿਹੀਆਂ ਵਸਤੂਆਂ ਆ ਗਈਆਂ, ਪਰ ਇਹ ਪਹਿਲੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕੁਝ ਲੜਕੀਆਂ ਜਿਹੜੀਆਂ ਸਾਨੂੰ ਗੋਪੀਆਂ ਬਣ ਜਾਂਦੀਆਂ, ਕੁਝ ਲੜਕੇ ਜਿਹੜੇ ਸਾਨੂੰ ਕ੍ਰਿਸ਼ਨ ਬਣ ਕੇ ਮੋਰ ਦਾ ਖੰਭ ਲਾ ਕੇ ਹੱਥ ਵਿੱਚ ਬਾਂਸੁਰੀ ਫੜ ਕੇ ਤੇ ਉਹ ਰਾਸ ਪਾਇਆ ਕਰਦੇ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਗਏ ਤੇ ਮਹਾਰਾਜ ਨੇ ਵੇਖਿਆ ਰਾਸ ਪੈਂਦੀ ਪਈ ਆ, ਔਰ ਉਹਨਾਂ ਦੀਆਂ ਹਰਕਤਾਂ ਮਾੜੀਆਂ ਸਨ, ਮਾੜੀਆਂ ਹਰਕਤਾਂ, ਮਾੜੇ ਕੰਮ ਮਾੜੇ ਕਰਦੇ ਪਏ, ਛੇੜਖਾਨੀਆਂ ਕਰਨੀਆਂ, ਹੁਜਤਾਂ ਕਰਨੀਆਂ, ਮਨ ਵਿੱਚ ਉਹਨਾਂ ਦੇ ਮੈਲ ਸੀ, ਵਿਕਾਰੀ ਵਾਲੇ ਕੰਮ, ਮਾੜੇ ਕੰਮ ਜਿਹੜੇ ਆਪਾਂ ਕਹਿ ਨਹੀਂ ਸਕਦੇ ਉਹ ਕੰਮ ਕਰਦੇ। ਮਹਾਰਾਜ ਨੇ ਆਖਿਆ, ਕਹਿਣ ਲੱਗੇ ਉਹ ਭਾਈ ਇਹ ਕੀ ਕਰਦੇ ਪਏ? ਇੱਕ ਪਾਸੇ ਤੇ ਤੁਸੀਂ ਸਮੇਂ ਦੇ ਮਹਾਂਪੁਰਖ ਦਾ ਰੂਪ ਬਣਾਇਆ ਹੈ, ਇੱਕ ਜਣਾ ਕ੍ਰਿਸ਼ਨ ਬਣਿਆ ਹੈ, ਦੂਜੀ ਲੜਕੀ ਗੋਪੀ ਬਣੀ ਹੋਈ ਹੈ, ਕੰਮ ਤੇ ਤੁਸੀਂ ਧਾਰਮਿਕ ਬੰਦਿਆਂ ਵਾਲਾ ਕਰਦੇ ਪਏ, ਉਹਨਾਂ ਦਾ ਰੂਪ ਬਣਾ ਕੇ ਵੀ ਮੈਂ ਕ੍ਰਿਸ਼ਨ ਹਾਂ, ਮੈਂ ਗੋਪੀ ਹਾਂ। ਤੇ ਜਿਹੜੇ ਤੁਸੀਂ ਕਰਤੂਤਾਂ ਕਰਦੇ ਪਏ ਇਹ ਨਹੀਂ ਚੰਗੀਆਂ ਕਰਦੇ ਪਏ, ਇਹ ਤੁਹਾਡੀਆਂ ਕਰਤੂਤਾਂ ਵਿੱਚ ਮੈਲ ਹੈ, ਤੁਸੀਂ ਮਾੜਾ ਕੰਮ ਕਰਦੇ, ਮਾੜੀਆਂ ਸ਼ਰਾਰਤਾਂ ਕਰਦੇ ਹੋ, ਇਹ ਨਹੀਂ ਹੋਣਾ ਚਾਹੀਦਾ। ਉਸ ਵੇਲੇ ਉਹਨਾਂ ਨੇ ਵੇਖਿਆ ਵੀ ਇਹ ਤੇ ਕੋਈ ਪੂਰਨ ਮਹਾਂਪੁਰਖ ਹੈ, ਉਹਨੂੰ ਕੀ ਜਵਾਬ ਦਈਏ। ਉਹਨਾਂ ਨੇ ਸਿੱਧਾ ਜਿਹਾ ਸੌਖਾ ਜਿਹਾ ਕੋਈ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ ਕੀ ਕਰੀਏ, ਕਲਯੁਗ ਆ ਗਿਆ ਹੈ ਤੇ ਸਾਡੇ ਤੇ ਉਹਦਾ ਪ੍ਰਭਾਵ ਪੈ ਗਿਆ ਹੈ। ਭਗਵਾਨ ਜੀ ਤੇ ਹੋਏ ਦੁਆਪਰ ਯੁੱਗ ਦੇ ਵਿੱਚ, ਅਸੀਂ ਹੋਏ ਕਲਯੁਗ ਦੇ ਵਿੱਚ, ਇਹ ਯੁੱਗ ਹੀ ਬੜਾ ਮਾੜਾ ਆ ਗਿਆ, ਇਸ ਕਰਕੇ ਸਾਡੇ ਕੋਲੋਂ ਇਹ ਨਾ ਚਾਹੁੰਦਿਆਂ ਵੀ ਮਾੜੇ ਕੰਮ, ਮਾੜੀਆਂ ਸ਼ਰਾਰਤਾਂ ਹੁੰਦੀਆਂ। ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਆਖਿਆ, ਕਹਿਣ ਲੱਗੇ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹਿ, ਸਾ ਧਰਤੀ ਸਾ ਪੌਣ ਝੁਲਾਰੇ, ਜੁਗ ਜੀਵ ਖੇਲੇ ਥਾਵ ਕੈਸੇ। ਗੁਰਬਾਣੀ ਦਾ ਬਚਨ। ਮਹਾਰਾਜ ਕਹਿੰਦੇ ਦੱਸੋ ਭਾਈ ਕਲਯੁਗ ਆਇਆ ਕਿੱਥੇ ਹੈ? ਚੁੱਪ ਕਰ ਗਏ ਵੀ ਹੁਣ ਕੀ ਆਖੀਏ। ਮਹਾਰਾਜ ਕਹਿੰਦੇ ਉਹ ਵੇਖੋ ਚੰਦਰਮਾ ਚੜ੍ਹਿਆ, ਜਦੋਂ ਸੂਰਜ ਚੜ੍ਹਦਾ ਹੈ, ਇਹ ਸੂਰਜ ਚੰਦਰਮਾ ਉਹੀ ਹੈ ਜਿਹੜਾ ਸਤਿਯੁਗ ਵਿੱਚ ਚੜ੍ਹਦਾ ਸੀਗਾ, ਉਹੀ ਚੰਦਰਮਾ ਸੂਰਜ ਹੁਣ ਕਲਯੁਗ ਵਿੱਚ ਚੜ੍ਹਿਆ ਬੈਠਾ ਹੈ। ਇਹੋ ਹੀ ਹਵਾ ਹੈ ਤੇ ਇਹੋ ਹੀ ਧਰਤੀ ਹੈ, ਜਿਹੜੀ ਸਤਿਯੁਗ ਵਿੱਚ ਵੀ ਧਰਤੀ ਤੇ ਇਹੋ ਹੀ ਹੈ ਨਾ, ਹਵਾ ਵੀ ਇਹੋ ਹੀ ਹੈ ਸਤਿਯੁਗ ਦੇ ਵਿੱਚ, ਜਿਹੜੀ ਹੁਣ ਆਪਾਂ ਕਹਿੰਦੇ ਵੀ ਕਲਯੁਗ ਆ ਗਿਆ। ਪਾਤਸ਼ਾਹ ਕਹਿੰਦੇ ਦੱਸੋ ਕਲਯੁਗ ਕਿੱਥੇ ਆਇਆ ਹੈ? ਨਿਰੁੱਤਰ ਹੋ ਗਿਆ, ਬੋਲਿਆ ਨਹੀਂ ਜਾਂਦਾ। ਚਰਨ ਫੜ ਲੈ ਮਹਾਰਾਜ, ਫਿਰ ਤੁਸੀਂ ਦੱਸੋ। ਮਹਾਰਾਜ ਕਹਿਣ ਲੱਗੇ ਕਲਯੁਗ ਤੁਹਾਡੇ ਵਿਚਾਰਾਂ ਵਿੱਚ ਆ ਗਿਆ ਹੈ, ਤੁਹਾਡੀ ਸੋਚ ਵਿੱਚ ਆ ਗਿਆ ਹੈ। ਕਲਯੁਗ ਕਿਤੇ ਵੱਖਰੀ ਥਾਂ ਤੇ ਬੈਠਾ ਥੋੜ੍ਹੀ ਹੈ, ਮਹਿਲ ਪਾ ਕੇ ਫਲਾਣੀ ਥਾਂ ਤੇ ਬੈਠਾ ਮੇਰੇ ਕੋਲ ਆਓ, ਨਹੀਂ। ਕਲਯੁਗ ਦਾ ਆਉਣਾ ਇਹ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਲਿਖਿਆ। ਜਦੋਂ ਰੱਬ ਭੁੱਲ ਜਾਵੇ ਨਾ, ਵਿਚਾਰ ਸਾਡੇ ਮਨ ਵਿੱਚ ਮਾੜੇ ਆ ਜਾਣ, ਮਾੜੇ ਖਿਆਲ ਆ ਜਾਣ, ਉਦੋਂ ਕਲਯੁਗ ਆ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਮਨ ਵਿੱਚ ਹੀ ਖਿਆਲ ਮਾੜੇ ਨੇ, ਇਹ ਤੇ ਤੁਸੀਂ ਇੱਕ ਬਹਾਨਾ ਬਣਾਇਆ ਵੀ ਅਸੀਂ ਰਾਸ ਪਾਉਂਦੇ ਪਏ ਹਾਂ, ਅਸੀਂ ਸ਼ੋਭਾ ਯਾਤਰਾ ਕੱਢਦੇ ਪਏ ਹਾਂ, ਮੈਂ ਕ੍ਰਿਸ਼ਨ ਜੀ ਬਣ ਗਿਆ ਜੀ, ਇਹ ਗੋਪੀ ਬਣ ਗਈ, ਇਹ ਤੇ ਇੱਕ ਬਹਾਨਾ ਹੈ, ਪਰ ਅੰਦਰੋਂ ਤੁਸੀਂ ਵਿਕਾਰਾਂ ਦੇ ਭਰੇ ਹੋਏ ਤੇ ਮਾੜੀਆਂ ਗੰਦੀਆਂ ਸ਼ਰਾਰਤਾਂ ਕਰਦੇ ਪਏ, ਇਹ ਤੁਹਾਡੇ ਵਿਚਾਰਾਂ ਵਿੱਚ ਵਿਚਾਰ ਮਾੜੇ ਆ ਗਏ, ਇਸ ਕਰਕੇ ਕਲਯੁਗ ਆ ਗਿਆ। ਮਹਾਰਾਜ ਦੇ ਚਰਨ ਫੜ ਕੇ ਮਾਫੀ ਮੰਗਦੇ ਪਏ। ਸਤਿਗੁਰੂ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਮਨਮੁਖ ਕਦੇ ਨਾ ਦਰਗਹਿ ਸੀਜੈ, ਭਾਵੇਂ ਯੁੱਗ ਹੋਵੇ ਤ੍ਰੇਤਾ, ਭਾਵੇਂ ਹੋਵੇ ਕਲਯੁਗ, ਜਿਹੜਾ ਬੰਦਾ ਮਨਮੁਖ ਹੈ ਨਾ, ਉਹਦੀ ਕਦੇ ਕਲਿਆਣ ਨਹੀਂ ਹੁੰਦੀ। ਉਹਨੇ ਜਦੋਂ ਵੀ ਕਰਨਾ ਉਹਨੇ ਮਾੜਾ ਕੰਮ ਹੀ ਕਰਨਾ ਹੈ, ਭਾਵੇਂ ਉਹ ਧਾਰਮਿਕ ਕੰਮ ਵੀ ਕਰੇ, ਧਾਰਮਿਕ ਕੰਮ ਦੇ ਵਿੱਚ ਵੀ ਉਹਨੇ ਕੋਈ ਨਾ ਕੋਈ ਇਹੋ ਜਿਹੇ ਕੰਮ ਕਰਨਾ ਹੈ ਜਿਹਦੇ ਕਰਕੇ ਸਾਰਾ ਕੀਤਾ ਕਰਾਇਆ ਉਸਦਾ ਜਿਹੜਾ ਉਹ ਮਿੱਟੀ ਹੋ ਜਾਂਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ ਹੈ। ਆਪਣੇ ਅੱਜ ਇੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਗੁਰਦੁਆਰਾ ਸਾਹਿਬ ਨੇ, ਪ੍ਰਬੰਧਕ ਕਮੇਟੀ ਨੇ, ਸੰਗਤ ਨੇ ਸਹਿਯੋਗ ਦਿੱਤਾ ਹੈ, ਆਪਾਂ ਅੰਮ੍ਰਿਤ ਸੰਚਾਰ ਕਰਵਾ ਰਹੇ ਗੁਰਦੁਆਰਾ ਸਾਹਿਬ, ਔਰ ਸੰਗਤਾਂ ਦੀ ਸਹੂਲਤ ਵਾਸਤੇ ਸਭ ਕੁਝ ਕੀਤਾ, ਦੂਰ ਨਾ ਜਾਣਾ ਪਵੇ। ਪਰ ਗੁਰਮੁਖੋ ਆਪਾਂ ਦਿਨੇ ਰਾਤ ਕਥਾ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਗੁਰਬਾਣੀ ਵੀ ਪੜ੍ਹਦੇ ਹਾਂ। ਗੁਰਬਾਣੀ ਪੜ੍ਹਨੀ, ਕਥਾ ਕੀਰਤਨ ਸੁਣਨਾ, ਦੀਵਾਨ ਦੀ ਹਾਜ਼ਰੀ ਭਰਨੀ, ਇਹ ਸਾਰਿਆਂ ਦਾ ਫਲ ਤਾਂ ਹੈ ਜੇ ਆਪਾਂ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਲਵਾਂਗੇ। ਹੁਣ ਮੰਨ ਲਓ ਕਿਸਾਨ ਨੇ ਫਸਲ ਬੀਜੀ ਹੈ ਨਾ, ਉਹਨੇ ਜ਼ਮੀਨ ਨੂੰ ਵਾਹਿਆ ਹੈ, ਫਿਰ ਉਹਨੇ ਬੀਜ ਬੋਇਆ ਹੈ, ਫਿਰ ਉਸਨੇ ਫਸਲ ਨੂੰ ਪਾਣੀ ਵੀ ਦਿੱਤਾ, ਜੋ ਵੀ ਹੈ ਰੇਹ ਸਪਰੇਅ ਵੀ ਉਹਨੇ ਪਾਈ ਹੈ, ਸਭ ਕੁਝ ਕੀਤਾ, ਪਰ ਜੋ ਸਾਰੀ ਫਸਲ ਤਿਆਰ ਹੋ ਜਾਏ ਪਰ ਉਹਨੂੰ ਦਾਣੇ ਹੀ ਨਾ ਲੱਗਣ, ਦਾਣਿਆਂ ਤੋਂ ਬਿਨਾਂ ਖਾਲੀ ਰਵੇ, ਤੇ ਫਿਰ ਉਹ ਵਾਹੀ ਦਾ, ਉਹਨੂੰ ਪਾਣੀ ਲਾਏ ਦਾ, ਉਹਦੀ ਰਾਖੀ ਕੀਤੇ ਦਾ, ਉਹ ਫਿਰ ਪੂਰਾ ਮੁੱਲ ਤੇ ਨਹੀਂ ਨਾ ਮੁੜਿਆ,
ਕਿਉਂਕਿ ਦਾਣੇ ਹੀ ਨਹੀਂ ਪਏ। ਇਸੇ ਤਰ੍ਹਾਂ ਅਸੀਂ ਸੰਗਤ ਵਿੱਚ ਬੈਠਦੇ, ਰੋਜ਼ ਆ ਕੇ ਕੀਰਤਨ ਸੁਣਦੇ, ਕਥਾ ਸੁਣਦੇ, ਪਾਠ ਵੀ ਕਰਦੇ ਹਾਂ, ਨਿਤਨੇਮ ਵੀ ਕਰਦੇ, ਸਾਰਾ ਕੁਝ ਕਰਦੇ, ਖੇਤੀ ਤਿਆਰ ਤੇ ਕਰਦੇ ਪਏ ਹਾਂ। ਪਰ ਜੇ ਅਸੀਂ ਅੰਮ੍ਰਿਤ ਛਕਿਆ ਹੀ ਨਾ, ਤੇ ਫਿਰ ਸਾਨੂੰ ਮਨੁੱਖਾ ਜਨਮ ਦਾ ਪੂਰਾ ਲਾਭ ਨਹੀਂ ਮਿਲਣਾ। ਲਾਭ ਮਿਲੇਗਾ ਜ਼ਰੂਰ ਬਾਣੀ ਪੜ੍ਹਨ ਦਾ, ਪਰ ਜੇ ਆਪਾਂ ਆਖੀਏ ਨਾ ਮੁਕਤੀ ਮਿਲੇ, ਮੁਕਤੀ ਨਹੀਂ ਮਿਲਣੀ। ਉਹਨਾਂ ਚਿਰ ਨਹੀਂ ਮਿਲਣੀ ਹੈ ਜਿੰਨਾ ਚਿਰ ਅਸੀਂ ਗੁਰੂ ਕੇ ਬੇੜੇ ਦੇ ਉੱਪਰ ਨਹੀਂ ਚੜਾਂਗੇ, ਜਹਾਜ਼ ਤੇ ਨਹੀਂ ਚੜਾਂਗੇ। ਗੁਰਮੁਖੋ, ਭਾਈ ਡੱਲਾ ਹੋਇਆ ਨਾ 10ਵੇਂ ਪਾਤਸ਼ਾਹ ਦਾ ਸਿੱਖ, ਇਹ ਦਮਦਮਾ ਸਾਹਿਬ ਦੀ ਧਰਤੀ ਤੇ ਤਲਵੰਡੀ ਸਾਬੋ ਜਿਸ ਨੂੰ ਆਪਾਂ ਆਖਦੇ ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਟਿਕੇ ਸਨ। ਤੇ ਭਾਈ ਡੱਲਾ ਜਿਹੜਾ ਨਾ, ਉਸ ਵੇਲੇ ਵਜ਼ੀਰ ਖਾਨ ਨੇ ਸਰਹੰਦ ਤੋਂ ਚਿੱਠੀ ਪਾਈ ਭਾਈ ਡੱਲੇ ਨੂੰ, ਕਹਿਣ ਲੱਗਾ, ਡੱਲਿਆ ਤੂੰ ਚੌਧਰੀ ਹੈ ਨਗਰ ਇਲਾਕੇ ਦਾ, ਸਾਡਾ ਰਾਜ ਹੈ ਹਿੰਦੁਸਤਾਨ ਦੇ ਉੱਪਰ, ਬਚਨ ਇਹ ਹੈ ਗੁਰੂ ਗੋਬਿੰਦ ਸਿੰਘ ਤੇਰੇ ਕੋਲ ਨੇ, ਇਹਨਾਂ ਦਾ ਕਤਲ ਕਰ ਦੇ, ਤੇ ਜਾਂ ਇਹਨਾਂ ਨੂੰ ਜ਼ਹਿਰ ਦੇ ਕੇ ਖਾਣੇ ਦੇ ਵਿੱਚ ਤਾਂ ਇਹਨਾਂ ਦਾ ਮਰਵਾ ਦੇ, ਜਾਂ ਸਾਨੂੰ ਪੂਰਾ ਭੇਦ ਦੇ ਵੀ ਅਸੀਂ ਆ ਕੇ ਮਾਰ ਦਈਏ। ਤੈਨੂੰ ਜਿੰਨੀ ਜਗੀਰ ਕਵੇਂਗਾ ਨਾ ਜਾਇਦਾਦ ਤੂੰ ਮਿਲ ਜਾਏਗੀ, ਜਿੰਨਾ ਸੋਨਾ ਚਾਂਦੀ ਚਾਹਵੇਂਗਾ, ਜਿਹੜਾ ਅਹੁਦਾ ਚਾਹੇਗਾ ਨਾ ਉਹ ਮਿਲੇਗਾ। ਜਿਵੇਂ ਅੱਜ ਕੱਲ੍ਹ ਸਾਡੀ ਸਟੇਟ ਦੇ ਕੁਝ ਲੀਡਰ ਨੇ ਨਾ, ਉਹਦੇ ਵਾਸਤੇ ਸਭ ਕੁਝ ਵੇਚਣ ਨੂੰ ਤਿਆਰ, ਗਿਰਵੀ ਰੱਖਣ। ਇਹ ਲਾਲਚ ਦਿੱਤੇ ਗਏ ਡੱਲੇ ਨੂੰ। ਚਿੱਠੀ ਦੇ ਦੂਜੇ ਪਾਸੇ ਫਿਰ ਹੋਰ ਬਚਨ ਲਿਖੇ, ਉਹ 'ਤੇ ਲਿਖਿਆ ਚੇਤਾਵਨੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਧਮਕੀ। ਧਮਕੀ ਇਹ ਲਿਖੀ ਵੀ ਜੇ ਡੱਲਿਆ ਬਚਨ ਨਾ ਮੰਨਿਆ ਤੂੰ, ਤੇਰੀ ਪਹਿਲੀ ਜਗੀਰ ਵੀ ਅਸੀਂ ਖੋਹ ਲਵਾਂਗੇ, ਜਿਹੜੀ ਪਹਿਲਾਂ ਤੇਰੇ ਕੋਲ ਹੈ ਨਾ ਉਹ ਵੀ ਖੋਈ ਜਾਏਗੀ। ਤੇਰਾ ਸਾਰਾ ਬਾਲ ਬੱਚਾ ਜਿਹੜਾ ਨਾ ਕੋਹਲੂ ਵਿੱਚ ਪਾ ਕੇ ਪੀਟ ਦਿਆਂਗੇ, ਨਾਮੋ ਨਿਸ਼ਾਨ ਹੀ ਮਿਟਾ ਦਿਆਂਗੇ, ਰਵੇਗਾ ਕੋਈ ਨਹੀਂ। ਹੁਣ ਤੂੰ ਵੇਖ ਲਾ ਵੀ ਕੀ ਕਰਨਾ ਹੈ। ਭਾਈ ਡੱਲੇ ਨੇ ਬਚਨ ਸੁਣਿਆ ਨਾ, ਚਿੱਠੀ ਪੜ੍ਹੀ ਨਾ, ਉਹਨੇ ਚਿੱਠੀ ਲਿਆ ਕੇ ਮਹਾਰਾਜ ਦੇ ਸਾਹਮਣੇ ਰੱਖ ਦਿੱਤੀ। ਆਹ ਵੇਖੋ ਮਹਾਰਾਜ, ਵਜ਼ੀਰਾ ਕੀ ਕਹਿੰਦਾ ਹੈ। ਪਾਤਸ਼ਾਹ ਕਹਿਣ ਲੱਗੇ, ਡੱਲਿਆ ਫਿਰ ਤੇਰੀ ਕੀ ਵਿਚਾਰ ਹੈ? ਕਹਿਣ ਲੱਗਾ, ਮਹਾਰਾਜ ਜਿੰਨਾ ਚਿਰ ਮੇਰੇ ਸਰੀਰ ਵਿੱਚ ਸਾਹ ਚੱਲਦਾ ਨਾ, ਉਹਨਾਂ ਚਿਰ ਤੁਹਾਡੇ ਕੋਲ ਨਹੀਂ ਆ ਸਕੇਗਾ। ਮੈਂ ਮਰ ਜਾਵਾਂ ਫਿਰ ਆ ਜਾਵੇ ਵੱਖਰੀ ਗੱਲ ਹੈ। ਮਹਾਰਾਜ ਬੜੇ ਖੁਸ਼ ਹੋਏ। ਭਾਈ ਡੱਲਾ ਬੜਾ ਸਤਰਕ ਹੋ ਗਿਆ, ਸਾਵਧਾਨ ਹੋ ਗਿਆ। ਜਿਹੜੇ ਲੋਕ ਮੈਨੂੰ ਚਿੱਠੀ ਪਾ ਸਕਦੇ, ਉਹ ਮੇਰੇ ਬੰਦਿਆਂ ਨੂੰ ਵੀ ਤੇ ਖਰੀਦ ਸਕਦੇ ਆ ਨਾ, ਮੇਰੇ ਨੌਕਰਾਂ ਨੂੰ ਖਰੀਦ ਲੈਣ, ਮੇਰੇ ਸਿਪਾਹੀਆਂ ਨੂੰ ਖਰੀਦ ਲੈਣ, ਕਿਸੇ ਦੇ ਕੋਲੋਂ ਹੀ ਮਹਾਰਾਜ ਦੇ ਸੁੱਤਿਆਂ ਕਿਤੇ ਹਮਲਾ ਹੀ ਨਾ ਕਰਵਾ ਦੇਣ। ਇਹ ਤੇ ਮੇਰੇ ਤੇ ਕਲੰਕ ਲੱਗ ਜਾਏਗਾ। ਲੋਕੀ ਆਖਣਗੇ ਵੀ ਡੱਲੇ ਦੇ ਕੋਲ ਸਨ ਮਹਾਰਾਜ ਤੇ ਹਮਲਾ ਹੋ ਗਿਆ। ਭਾਈ ਡੱਲੇ ਨੇ ਰਾਤ ਨੂੰ ਖੰਡਾ ਹੱਥ ਵਿੱਚ ਫੜ ਕੇ ਆਪ ਪਹਿਰੇ ਤੇ ਖਲੋ ਜਾਣਾ। ਆ ਕੇ ਮਹਾਰਾਜ ਨੇ ਪਲੰਘੇ ਤੇ ਆਰਾਮ ਕਰਨਾ, ਉਹਨੇ ਆ ਕੇ ਮਹਾਰਾਜ ਦੇ ਕੋਲ ਪਹਿਰੇ ਤੇ ਖਲੋਣਾ। ਮਨ ਵਿੱਚ ਵਿਚਾਰ ਇਹ ਹੈ ਵੀ ਸਿਪਾਹੀਆਂ ਤੇ ਭਰੋਸਾ ਇਸ ਵੇਲੇ ਨਹੀਂ ਕੀਤਾ ਜਾ ਸਕਦਾ, ਮੈਂ ਖੁਦ ਸੇਵਾ ਕਰਾਂ, ਕੋਈ ਅਣਹੋਈ ਘਟਨਾ ਨਾ ਵਾਪਰੇ। ਗੁਰਮੁਖੋ ਇਲਾਕੇ ਦਾ ਹੋਵੇ ਚੌਧਰੀ, ਜ਼ਮੀਨ ਜਾਇਦਾਦ ਹੁਕਮ ਚੱਲਦਾ ਹੋਵੇ, ਕਈ ਪਿੰਡ ਉਹਦੀ ਮਾਰਫਤ ਥੱਲੇ ਹੋਣ, ਉਹ ਸਾਰੀ ਰਾਤ ਆ ਕੇ ਪਹਿਰੇਦਾਰ ਬਣ ਕੇ ਜਾਗੇ, ਵੱਡੀ ਸੇਵਾ ਹੀ ਹੈ ਨਾ। ਰੱਬ ਨੇ ਅੱਜ ਸਾਨੂੰ ਸੁੱਖ ਦਿੱਤੇ ਨੇ, ਘਰ ਦਿੱਤਾ ਹੈ, ਸਹੂਲਤਾਂ ਦਿੱਤੀਆਂ, ਅਸੀਂ ਨਹੀਂ ਜਾਗਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਹੋਵੇ, ਕਦੋਂ ਜਾਗੀਦਾ? ਉਹ ਵੀ ਆਖੀਦਾ ਮੁੱਲ ਦਾ ਬੰਦਾ ਲੈ ਕੇ ਆਈਏ, ਉਹ ਜਾਗੇ, ਸਾਨੂੰ ਨਾ ਜਾਗਣਾ ਪਵੇ। ਪਰ ਖੁਸ਼ੀਆਂ ਵਿੱਚ ਸਾਨੂੰ ਉਨੀਆਂ ਕੋਈ ਮਿਲਦੀਆਂ ਨਾ। ਫਿਰ ਭਾਈ ਡੱਲਾ ਸਾਰੀ ਰਾਤ ਖੜਾ ਰਹਿੰਦਾ। ਸਤਿਗੁਰੂ ਇਹਦੀ ਸੇਵਾ ਵੇਖ ਕੇ ਹੁਣ ਮਹਾਰਾਜ ਤੇ ਅੰਤਰਜਾਮੀ ਜਾਣ ਗਿਆ ਵੀ ਇਹਦੇ ਮਨ ਵਿੱਚ ਕੀ ਚੱਲਦਾ ਪਿਆ। ਮਹਾਰਾਜ ਕਹਿਣ ਲੱਗੇ, ਭਾਈ ਡੱਲਿਆ ਬੜੇ ਹੀ ਖੁਸ਼ ਹੋਏ ਤੇਰੇ ਤੇ, ਤੇਰੀ ਸੇਵਾ ਵੇਖ ਕੇ। ਹੁਣ ਤੂੰ ਮੰਗ ਵੀ ਤੈਨੂੰ ਚਾਹੀਦਾ ਕੀ ਹੈ, ਜੋ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਭਾਈ ਡੱਲ ਸਿੰਘ ਨੇ ਬਚਨ ਸੁਣ ਕੇ ਆਖਿਆ, ਝੋਲੀ ਅੱਡ ਕੇ ਮਹਾਰਾਜ ਦੇ ਸਾਹਮਣੇ ਬੈਠ ਗਿਆ। ਕਹਿਣ ਲੱਗਾ, ਪਾਤਸ਼ਾਹ ਕਿਰਪਾ ਕਰਨ ਲੱਗੇ ਹੋ, ਮੈਨੂੰ ਮੁਕਤੀ ਦੀ ਦਾਤ ਦੇ ਦਿਓ, ਸੱਚਖੰਡ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਦੇ ਦਿਓ। ਬੋਲੇ ਸੋ ਨਿਹਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਸੁਣ ਕੇ ਨਾਹ ਵਿੱਚ ਸਿਰ ਹਿਲਾਇਆ। ਕਹਿਣ ਲੱਗੇ, ਭਾਈ ਡੱਲ ਸਿੰਘ ਇਹ ਨਹੀਂ ਮਿਲ ਸਕਦਾ ਹੈ, ਹੋਰ ਕੋਈ ਮੰਗ ਕੀ ਚਾਹੀਦਾ? ਭਾਈ ਡੱਲੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਹੁਣੇ ਤੇ ਕਹਿੰਦੇ ਪਿਆ ਸੀ ਮੰਗ ਕੀ ਚਾਹੀਦਾ, ਹੁਣੇ ਹੀ ਆਖਦੇ ਵੀ ਇਹ ਨਹੀਂ ਮਿਲ ਸਕਦਾ। ਮੈਨੂੰ ਇਹਦੇ ਬਿਨਾਂ ਚਾਹੀਦਾ ਹੀ ਕੁਝ ਨਹੀਂ, ਜਗੀਰਾਂ ਜਾਇਦਾਦਾਂ ਤੇ ਇੱਥੇ ਰਹਿ ਜਾਣੀਆਂ, ਮੈਂ ਕਿਉਂ ਇਹ ਮੰਗਾ? ਮੈਂ ਉਹ ਮੰਗਾ ਜਿਹੜਾ ਮੇਰੇ ਨਾਲ ਜਾਣਾ। ਪਾਤਸ਼ਾਹ ਕਹਿਣ ਲੱਗੇ, ਭਾਈ ਡੱਲ ਸਿੰਘ ਬਚਨ ਇਹ ਹੈ, ਅਸੀਂ ਇੱਕ ਮਰਿਆਦਾ ਬਣਾ ਦਿੱਤੀ ਹੈ, ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ ਸੱਚਖੰਡ ਦੀ ਪ੍ਰਾਪਤੀ ਉਹਨੂੰ ਹੋਵੇਗੀ, ਉਹਦੇ ਬਿਨਾਂ ਤੂੰ ਸੱਚਖੰਡ ਦੀ ਪ੍ਰਾਪਤੀ ਹੋ ਨਹੀਂ ਸਕਦੀ। ਭਾਵੇਂ ਕਿ ਤੂੰ ਸੇਵਾ ਬੜੀ ਕੀਤੀ, ਅਸੀਂ ਖੁਸ਼ ਹਾਂ ਤੇਰੇ ਤੇ, ਪਰ ਜੇ ਮੁਕਤੀ ਦੀ ਦਾਤ ਲੈਣੀ ਚਾਹਣਾ ਨਾ, ਸੱਚਖੰਡ ਦਾ ਵਾਸੀ ਬਣਨਾ ਚਾਹਣਾ, ਫਿਰ ਅੰਮ੍ਰਿਤ ਛਕਣਾ ਪਵੇਗਾ। ਜਦੋਂ ਬਚਨ ਸੁਣਿਆ ਫਿਰ ਹੱਥ ਜੋੜੇ, ਕਹਿਣ ਲੱਗਾ, ਮਹਾਰਾਜ ਫਿਰ ਦੇਰੀ ਕਿਉਂ, ਹੁਣੇ ਹੀ ਕਿਰਪਾ ਕਰੋ ਨਾ, ਫਿਰ ਅੰਮ੍ਰਿਤ ਦੀ ਦਾਤ ਦਿਓ, ਮੈਂ ਵੀ ਛਕਦਾ, ਮੇਰਾ ਪਰਿਵਾਰ ਵੀ ਛਕਦਾ, ਅਸੀਂ ਸਾਰੇ ਹੀ ਛਕਾਂਗੇ।
ਸਾਰੇ ਪਰਿਵਾਰ ਦੇ ਸਮੇਤ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਈ ਡੱਲੇ ਨੇ, ਡੱਲੇ ਤੋਂ ਭਾਈ ਡੱਲ ਸਿੰਘ ਬਣ ਗਿਆ। ਅੰਮ੍ਰਿਤ ਛਕ ਕੇ ਨਾ ਸਾਰਾ ਪਰਿਵਾਰ ਮਹਾਰਾਜ ਦੇ ਕੋਲ ਆ ਗਿਆ। ਕਹਿਣ ਲੱਗਾ, ਮਹਾਰਾਜ ਹੁਣ ਬਣੇਗੀ ਗੱਲ ਜਿਹੜੀ ਪਹਿਲਾਂ ਮੈਂ ਕਿਹਾ ਸੀ ਵੀ ਸੱਚਖੰਡ ਵਿੱਚ ਜਗ੍ਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਡੱਲਿਆ ਸਭ ਪਰਿਵਾਰ ਚੜਾਇਆ, ਬੇੜੇ ਤੂੰ ਤੇ ਸਾਰਾ ਪਰਿਵਾਰ ਹੀ ਨਾਮ ਦੇ ਬੇੜੇ ਤੇ ਚੜਾ ਲਿਆ। ਵਾਹਿਗੁਰੂ ਨਾਮ ਜਹਾਜ਼ ਤੂੰ ਇਸ ਜਹਾਜ਼ ਦੇ ਉੱਪਰ ਸਵਾਰ ਹੋ ਗਿਆ, ਮੁਕਤੀ ਮਿਲੇ ਕਿਵੇਂ ਨਾ? ਹੁਣ ਤੇ ਮੁਕਤ ਤੂੰ ਹੋ ਹੀ ਗਿਆ ਹੈ। ਗੁਰਮੁਖੋ ਇੱਕ ਵਾਰੀ ਆਖੀਏ ਸਤਨਾਮ। ਸ੍ਰੀ ਵਾਹਿ ਇੰਨੀ ਸੇਵਾ ਕਰਨ ਵਾਲਿਆਂ ਨੂੰ ਵੀ ਹੁਕਮ ਇਹ ਸੀਗਾ ਵੀ ਅੰਮ੍ਰਿਤ ਛਕੋਗੇ ਮੁਕਤ ਤਾਂ ਹੋਵੋਗੇ। ਉਹੀ ਅੱਜ ਅੰਮ੍ਰਿਤ ਦੀ ਦਾਤ ਇੱਥੇ ਮਿਲਦੀ ਪਈ ਹੈ। ਹੁਣ ਸਾਡੇ ਮਨ ਵਿੱਚ ਇਹ ਹੈ, ਜਿਹੜਾ ਛੋਟੀ ਉਮਰ ਦਾ ਉਹ ਕਹਿੰਦਾ ਵੱਡਾ ਹੋ ਕੇ ਛਕਾਂਗਾ, ਜਿਹੜਾ ਜਵਾਨ ਹੋ ਜਾਂਦਾ ਕਹਿੰਦਾ ਖਾਣ ਪੀਣ ਦੀ ਉਮਰਾ ਹੈ ਤੇ ਮੈਂ ਥੋੜਾ ਜਿਹਾ ਬੁੱਢਾ ਹੋ ਲਵਾਂ ਤੇ ਫਿਰ ਛਕਾਂਗਾ। ਜਦੋਂ ਬੁੱਢਾ ਹੋ ਜਾਂਦਾ ਕਹਿੰਦਾ ਹੁਣ ਤੇ ਕੁੜਮਾਂ ਵਾਲਾ ਹੋ ਗਿਆ, ਹੁਣ ਤੇ ਕੁੜਮ ਦੇ ਬਰਾਬਰ ਬੈਠ ਕੇ ਗਲਾਸੀ ਖੜਕਾਵਾਂਗਾ, ਅਜੇ ਨਹੀਂ ਮੈਂ ਛਕਣਾ ਹੈ। ਤੇ ਜਦੋਂ ਜਮਾਂ ਨੇ ਡੰਡਾ ਖੜਕਾਇਆ ਉਦੋਂ ਫਿਰ ਕਿਸੇ ਕੁੜਮ ਨੇ ਨੇੜੇ ਨਹੀਂ ਆਉਣਾ ਆ ਕੇ। ਇਹੋ ਹੀ ਹਾਲ ਬੀਬੀਆਂ ਦਾ। ਬੀਬੀਆਂ ਵੀ ਕਹਿੰਦੀਆਂ ਵੀ ਹੁਣ ਅਸੀਂ ਨੌਵਾਂ ਧੀਆਂ ਵਾਲੀਆਂ ਹੋ ਗਈਆਂ, ਅਜੇ ਤੇ ਅਸੀਂ ਆਪਣੇ ਪੂਰੇ ਜਿਹੜੇ ਨੇ ਉਹ ਕਰਨੇ ਨੇ ਵਿਚਾਰ, ਜੋ ਵੀ ਹੈ ਮੰਨਦਾ, ਅਸੀਂ ਕਿਉਂ ਛਕੀਏ? ਭਾਈ ਬਚਨ ਇਹ ਹੈ ਵੀ ਇਹ ਸਮਾਂ ਦੁਬਾਰਾ ਨਹੀਂ ਜੇ ਆਉਣਾ ਮੁੜ ਕੇ ਜ਼ਿੰਦਗੀ ਦੇ ਵਿੱਚ, ਤੇ ਕਿਸੇ ਨੇ ਨਾਲ ਨਹੀਂ ਜੇ ਖੜਨਾ, ਉਦੋਂ ਖੜਨਾ ਗੁਰੂ ਨਹੀਂ ਹੈ। ਇਸ ਕਰਕੇ ਇਹ ਬੇੜੇ ਦੇ ਉੱਪਰ ਚੜ ਜਾਓ ਭਾਈ, ਚੁੱਕਿਓ ਨਾ, ਜੇ ਮੌਕਾ ਵਾਰ-ਵਾਰ ਨਹੀਂ ਜੇ ਮਿਲਦਾ। ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ। ਸੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਨਮੁਖਾਂ ਦੀ ਐਸੀ ਹਾਲਤ ਹੁੰਦੀ ਹੈ। ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨ ਵਿੱਚ ਫਿਰ ਸਰਵਣ ਕਰਾਂਗੇ। ਭੁੱਲਾਂ ਦੀ ਮੁਆਫੀ ਦਿਓ ਸੱਜਣ, ਅਸੀਂ ਸੜੀਆਂ ਸਹਿਬ ਸਿਓ ਮੇਲ। ਤੀਨ ਚਰਨ ਇੱਕ ਦੁਬਦਾ ਸੋਕੀ, ਗੁਰਮੁਖ ਹੋਵੇ ਸੋ ਸਾਚ ਮਖਾਣੇ, ਮਨਮੁਖ ਪਚੇ ਅਵਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਅੱਜ ਆਪਣੇ ਇਸ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸੋ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ, ਉਹ ਸੰਗਤਾਂ ਠੀਕ 9 ਵਜੇ ਗੁਰਦੁਆਰਾ ਸਾਹਿਬ ਵਿਖੇ 9 ਤੋਂ ਪਹਿਲਾਂ ਹੀ ਭਾਈ ਪਹੁੰਚ ਜਾਇਓ। ਕੇਸੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ ਆਪ ਸੰਗਤਾਂ ਨੇ ਆਉਣਾ ਹੈ। ਆਪ ਸੰਗਤਾਂ ਨੂੰ ਕਕਾਰ ਜਿਹੜੇ ਨੇ ਗੁਰਦੁਆਰਾ ਸਾਹਿਬ ਵਿਖੇ ਮੁਹੱਈਆ ਕਰਵਾਏ ਜਾਣਗੇ। ਜਿਹੜੀਆਂ ਸੰਗਤਾਂ ਭੇਟਾ ਦੇ ਸਕਦੀਆਂ ਠੀਕ ਹੈ, ਜਿਹੜੀਆਂ ਨਹੀਂ ਦੇ ਸਕਦੀਆਂ ਉਹਨਾਂ ਨੂੰ ਇਹ ਸੇਵਾ ਵਿੱਚ ਦਿੱਤੇ ਜਾਣਗੇ। 10 ਵਜੇ ਅਖੰਡ ਪਾਠ ਸਾਹਿਬ ਦੀ ਪ੍ਰਰੰਭਤਾ ਦੀ ਅਰਦਾਸ ਅੱਜ ਹੋਣੀ ਹੈ ਤੇ 10 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਅੱਜ ਹੋਵੇਗੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਰਾ ਕੰਮ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਣਾ ਹੈ। ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭਾਈ। ਕੱਲ੍ਹ ਨੂੰ ਨਗਰ ਕੀਰਤਨ ਦੀ ਪ੍ਰਰੰਭਤਾ ਹੈ ਤੇ ਪਰਸੋਂ ਦੀਵਾਨ ਦੀ ਸਮਾਪਤੀ ਹੈ ਤੇ ਅਖੰਡ ਪਾਠ ਸਾਹਿਬ ਤੋਂ ਉਪਰੰਤ ਆਪਾਂ ਦੀਵਾਨ ਸਰਵਣ ਕਰਾਂਗੇ। 2 ਦਿਨ ਗੁਰਬਾਣੀ ਦੀ ਕਥਾ ਦਾ ਇੱਥੇ ਵਿਸ਼ਰਾਮ ਹੈ। 2 ਦਿਨਾਂ ਤੋਂ ਬਾਅਦ ਜਾ ਕੇ ਅੱਗੇ ਕਥਾ ਪ੍ਰਾਰੰਭ ਹੋਵੇਗੀ। ਸਾਰੇ ਪ੍ਰੋਗਰਾਮ ਦਾ ਵੇਰਵਾ ਸਾਹਮਣੇ ਇਸ਼ਤਿਹਾਰ ਪਏ ਨੇ ਗੋਲਕ ਤੇ। ਜਿਹੜੀਆਂ ਸੰਗਤਾਂ ਨੂੰ ਚਾਹੀਦੇ ਭਾਈ ਆਪ ਲੈ ਜਾਓ ਤੇ ਪੜ੍ਹ ਕੇ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ